ਅੰਮ੍ਰਿਤਸਰ ਦੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹੋਈ ਬੇਅਦਬੀ ਦੀ ਕੋਸ਼ਿਸ਼। ਭੀੜ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ। ਪੁਲਿਸ ਮੌਕੇ ਤੇ ਪਹੁੰਚੀ, ਕਰ ਰਹੀ ਹੈ ਮਾਮਲੇ ਦੀ ਜਾਂਚ। जिस तो बाद इत्थे पुलिस भी पहुंच गई है ते मामले की जांच शुरू कर दी गई है। घटना तो बाद लोग वड्डी गिनती दे विच श्री दरबार साहब दे बाहर पहुंच गए हैं ते अपना रोष भी जता रहे हैं। इस मौके ते पुलिस अधिकारियों वालों लोगों को शांत रहने की अपील की जा रही है। उन्होंने कहा कि मामले की जांच चल रही है ਅਤੇ ਜਾਂਚ ਤੋਂ ਬਾਅਦ ਹੀ ਸਭ ਕੁਝ ਸਾਹਮਣੇ ਆਏਗਾ। दास रणजीत सिंह विद्यार्थी दमदमी टकसाल मुख सेवादार सिख यूथ फैडरेशन भिंडरावाला तो ਅੱਜ ਕਿਸੇ ਪਾਪੀ ਨੇ ਕਿਸੇ ਦੁਸ਼ਟ ਨੇ ਸਾਡੇ ਧਰਮ ਦੇ ਉੱਤੇ ਹਮਲਾ ਕੀਤਾ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵੜ ਕੇ ਉਹਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨੀ ਚਾਹੀ, ਪਰ ਮੌਕੇ ਦੇ ਉੱਤੇ ਸੰਗਤ ਨੇ ਕਾਬੂ ਕਰ ਲਿਆ ਤੇ ਇੱਥੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਵਿੱਚ ਉਹਦੀ ਇੰਨੀ ਕੁੱਟਮਾਰ ਹੋਈ ਕਿ ਅੱਜ ਇਹ ਮੈਨੇਜਰ ਦੇ ਦੱਸਣ ਅਨੁਸਾਰ ਮੈਨੇਜਰ ਗੁਰਿੰਦਰ ਸਿੰਘ ਮੱਥਰੇਵਾਲ ਉਹਨਾਂ ਦੇ ਦੱਸਣ ਅਨੁਸਾਰ ਉਹ ਜਿਹੜਾ ਬੰਦਾ ਆ ਉਹ ਮਰ ਚੁੱਕਾ ਆ ਤੇ ਸੰਗਤ ਨੇ ਇਸ ਫੈਸਲੇ ਨੂੰ ਜਿਹੜੀ ਪ੍ਰਵਾਨਗੀ ਆ ਉਹ ਦਿੱਤੀ ਆ, ਕਿਉਂਕਿ ਜੇ ਇਹੀ ਬੰਦਾ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਤੇ ਪੁਲਿਸ ਨੇ ਥੋੜੇ ਦਿਨਾਂ ਬਾਅਦ ਮਾਨਸਿਕ ਰੋਗੀ ਕਹਿ ਕੇ ਉਹਨੂੰ ਛੱਡ ਦੇਣਾ ਸੀ। ਪਰ ਸੰਗਤ ਦੀ ਇਹ ਮੰਗ ਸੀ ਕਿ ਇਹ ਬੰਦੇ ਦੇ ਦੁਸ਼ਟ ਦੇ ਟੁਕੜੇ ਟੁਕੜੇ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰਵਾਨ ਦਰਬਾਰ ਸਾਹਿਬ ਦੇ ਬਾਹਰਵਾਨ ਦੀ ਪ੍ਰਦਰਸ਼ਨੀ ਲਾਈ ਜਾਵੇ। ਏਜੰਸੀਆਂ ਦਾ ਬੰਦਾ ਹੀ ਕੋਈ ਪਤਾ ਲੱਗਿਆ? ਸ਼੍ਰੋਮਣੀ ਕਮੇਟੀ ਦੱਸੇ, ਸ਼੍ਰੋਮਣੀ ਕਮੇਟੀ ਦੱਸੇਗੀ, ਪਰ ਉਹ ਕੋਈ ਜਿਹੜਾ ਬਾਹਰੀ ਬੰਦਾ ਸੀ, ਕੋਈ ਮੋਨਾ ਬੰਦਾ ਸੀ, ਭਈਆ ਲੱਗ ਰਿਹਾ ਆ। ਹਾਲੇ ਇਹ ਨਹੀਂ ਪਤਾ ਲੱਗਾ ਕਿ ਉਹਨੂੰ ਕਿੰਨੇ ਭੇਜਿਆ, ਕਿਸ ਕੰਮ ਵਾਸਤੇ ਭੇਜਿਆ ਸੀ, ਕਿੰਨੇ ਉਹਨੂੰ ਪੈਸੇ ਦਿੱਤੇ ਗਏ ਆ। ਕੀਤਾ ਜਾਵੇਗਾ ਇਹਨੂੰ ਦੇਖੋ ਇਹ ਸ਼੍ਰੋਮਣੀ ਕਮੇਟੀ ਦੱਸੇਗੀ, ਕਿਉਂਕਿ ਪਹਿਲਾਂ ਬੰਦਾ ਉਹਨਾਂ ਦੇ ਹਵਾਲੇ ਰਿਹਾ ਆ। ਉਹਨਾਂ ਨੇ ਕੁੱਟਮਾਰ ਕਰਕੇ ਬਕਾਇਆ ਹੋਵੇਗਾ। ਪੁਲਿਸ ਦੇ ਅੰਦਰ ਜਿਹੜਾ ਹਰਪਾਲ ਸਿੰਘ ਸੀ ADCP ਉਹ ਵੀ ਅੰਦਰ ਸੀ, ਪਰ ਮੈਨੇਜਰ ਦੇ ਦੱਸਣ ਅਨੁਸਾਰ ਉਹ ਜਿਹੜਾ ਬੰਦਾ ਆ ਉਹ ਮਰ ਚੁੱਕਾ ਆ। ਸੰਗਤ ਦੀ ਵੀ ਇਹ ਮੰਗ ਸੀ ਕਿ ਉਹਦੇ ਟੁਕੜੇ ਟੁਕੜੇ ਕਰਕੇ ਤੇ ਦਰਬਾਰ ਸਾਹਿਬ ਦੇ ਬਾਹਰ ਪ੍ਰਦਰਸ਼ਨੀ ਲਾਈ ਜਾਵੇ, ਪਤਾ ਲੱਗੇ ਕੌਮ ਨੂੰ ਕਿ ਸਾਡੇ ਧਰਮ ਉੱਤੇ ਕਿਸੇ ਨੇ ਹਮਲਾ ਕੀਤਾ ਸੀ ਤੇ ਸਿੰਘਾਂ ਨੇ 18ਵੀਂ ਸਦੀ ਵਾਲੀ ਜਿਹੜੀ ਸਜ਼ਾ ਆ ਉਹ ਉਹਨੂੰ ਦਿੱਤੀ ਆ। ਬਾਬਾ ਜੀ ਦੇਖੋ ਪਹਿਲਾਂ ਵੀ ਸਾਡੇ 5-6 ਸਾਲ ਤੋਂ ਲਗਾਤਾਰ ਬੇਅਦਬੀਆਂ ਹੋ ਰਹੀਆਂ ਸੀ। ਆ ਬਰਗਾੜੀ ਕਾਂਡ ਵਾਲੇ ਜਿੰਨੇ ਵੀ ਪਾਪੀ ਆ ਉਹ ਵੀ ਸਾਰੇ ਜੇਲ੍ਹਾਂ ਤੋਂ ਬਾਹਰ, ਉਹਨਾਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਆ। ਜਿਵੇਂ ਉਹ ਮਹਿੰਦਰਪਾਲ ਬਿੱਟੂ ਨੂੰ ਸਿੰਘਾਂ ਨੇ ਜੇਲ੍ਹ ਦੇ ਵਿੱਚ ਸਜ਼ਾ ਦਿੱਤੀ ਸੀ, ਅੱਜ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਇਹ ਬੰਦੇ ਨੂੰ ਜਿਹੜੀ ਸਜ਼ਾ ਆ ਉਹ ਦਿੱਤੀ ਗਈ ਆ। ਸੋ ਜਿੰਨਾ ਚਿਰ ਤੱਕ ਖਾਲਸਾਈ ਰਵਾਇਤਾਂ ਅਨੁਸਾਰ ਇਹ ਪਾਪੀ ਨਹੀਂ ਝਟਕਾਏ ਜਾਣਗੇ ਉਹਨਾਂ ਚਿਰ ਤੱਕ ਬੇਅਦਬੀਆਂ ਹੁੰਦੀਆਂ ਰਹਿਣਗੀਆਂ। ਸੋ ਇਸੇ ਤਰ੍ਹਾਂ ਹੀ ਹਰੇਕ ਸਿੱਖ ਨੂੰ ਆਪਣਾ ਜਿਹੜਾ ਫਰਜ਼ ਆ ਉਹ ਪਹਿਚਾਨਣਾ ਚਾਹੀਦਾ ਹੈ ਤੇ ਪਾਪੀ ਨੂੰ ਜਿਹੜੀ ਸਜ਼ਾ ਇਸੇ ਤਰ੍ਹਾਂ ਹੀ ਦੇਣੀ ਚਾਹੀਦੀ ਆ।
ਭੇਜਿਆ ਸੀ ਕਿਸ ਕੰਮ ਵਾਸਤੇ, ਉਹਦੀ ਕੀ ਸਾਜ਼ਿਸ਼ ਸੀ? ਕਿਉਂਕਿ ਇਹ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਆ, ਹਰੇਕ ਸਿੱਖ ਦਾ ਜਿਹੜਾ ਹਿਰਦਾ ਹੈ ਉਹ ਪਾਟ ਜਾਂਦਾ। ਇੱਥੇ ਪੰਜਾਬ ਦੇ ਵਿੱਚ, ਇੱਥੇ ਦੇਸ਼ ਦੇ ਵਿੱਚ ਵੱਡੀ ਜਿਹੜੀ ਅੱਗ ਆ ਉਹ ਲੱਗ ਸਕਦੀ ਆ। ਸੋ ਆਪਣੇ ਧਰਮ ਤੇ ਹਮਲਾ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰਦਾ। ਸੋ ਇੱਥੇ ਸ਼੍ਰੋਮਣੀ ਕਮੇਟੀ ਨੇ, ਪੁਲਿਸ ਨੇ ਉਹ ਬੰਦਾ ਫੜੀ ਰੱਖਿਆ, ਅੱਧਾ ਘੰਟਾ ਉਹਦੀ ਕੁੱਟਮਾਰ ਕੀਤੀ ਹੋਊਗੀ। ਉਹ ਬੰਦੇ ਨੇ ਦੱਸਿਆ ਹੋਊਗਾ ਕਿ ਉਹਨੂੰ ਕਿੰਨੇ ਭੇਜਿਆ, ਕਿੰਨੇ ਪੈਸੇ ਦਿੱਤੇ ਗਏ ਆ, ਉਹਦੀ ਕੀ ਸਾਰੀ ਸਾਜ਼ਿਸ਼ ਸੀ, ਕਿੱਥੋਂ ਆਇਆ। ਲੱਗਦਾ ਕਿ ਐਸਪੀਸੀ ਜਦ ਪ੍ਰਸ਼ਾਸਨ ਨੂੰ ਪੁਲਿਸ ਸੀਸੀਟੀਵੀ ਸਾਰਾ ਚੈੱਕ ਕਰਨਾ ਚਾਹੀਦਾ ਕਿ ਕਿੰਨੇ ਬੰਦੇ ਦੇ ਨਾਲ ਹੋ ਸਕਦੇ ਜਦੋਂ ਐਂਟਰ ਹੋਇਆ। ਬਿਲਕੁਲ ਇਹ ਪਤਾ ਹੋਣਾ ਚਾਹੀਦਾ ਹੈ ਬੰਦਾ ਕਿੱਥੋਂ ਦਾ ਰਹਿਣ ਵਾਲਾ ਆ, ਇਹਦੇ ਪਿੱਛੇ ਕਿਹੜੀਆਂ ਏਜੰਸੀਆਂ, ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਆ ਪੰਥ ਦੋਖੀ। ਤੇ ਇਹ ਬੰਦੇ ਨੇ ਜਾਂ ਪਹਿਲਾਂ ਵੀ ਜਿਹੜੀ ਗਾਂ ਵੀ ਬੇਅਦਬੀਆਂ ਦੇ ਨਾਲ ਹੋਰ ਕਿੰਨਾ ਕੀ ਇਹਨਾਂ ਦਾ ਗੈਂਗ ਆ। ਕਿਉਂਕਿ ਪਿਛਲੇ ਦਿਨੀ ਆਨੰਦਪੁਰ ਸਾਹਿਬ, ਤਖਤ ਸਾਹਿਬ ਤੇ ਵੀ ਜਿਹੜੀ ਬੇਅਦਬੀ ਆ ਉਹ ਹੋਈ ਸੀ, ਤੇ ਹੋਰ ਵੀ ਸਾਡੇ ਗੁਰੂ ਘਰਾਂ ਦੇ ਵਿੱਚੋਂ ਪਾਵਨ ਸਰੂਪ ਵੀ ਜਿਹੜੇ ਚੋਰੀ ਆ ਉਹ ਹੋ ਚੁੱਕੇ ਆ। ਸੋ ਬੇਅਦਬੀਆਂ ਦਾ ਦੌਰ 6 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਆ, ਬੇਅਦਬੀਆਂ ਬੰਦ ਨਹੀਂ ਹੋ ਰਹੀਆਂ। ਪਰ ਇਹ ਜਿਹੜੀ ਅਸਲੀਅਤ ਕੌਮ ਦੇ ਸਾਹਮਣੇ ਆਉਣੀ ਚਾਹੀਦੀ ਹੈ ਕਿ ਇਹ ਬੰਦੇ ਨੂੰ ਕਿੰਨੇ ਭੇਜਿਆ ਸੀ, ਤੇ ਅਗਾਂਹ ਤੋਂ ਵੀ ਜਿਹੜਾ ਬੇਅਦਬੀ ਕਰਨ ਆਏਗਾ ਉਹਦੇ ਇਸੇ ਤਰ੍ਹਾਂ ਟੁਕੜੇ ਟੁਕੜੇ ਕੀਤੇ ਜਾਣਗੇ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਅਕਾਲੀ। ਇਹ ਜਿਹੜੀ ਭਾਈ ਸਾਹਿਬ ਰਣਜੀਤ ਸਿੰਘ ਤੁਹਾਨੂੰ ਗੱਲ ਦੱਸੀ ਹੈ ਕਿ ਮੱਤੇਵਾਲ ਮੈਨੇਜਰ ਨੇ ਬਿਲਕੁਲ ਕਿਹਾ, ਸਿੱਖ ਸਿੰਘ ਵੀ ਚੈੱਕ ਕਰਕੇ ਆਇਆ। ਪਰ ਅਸੀਂ ਇੱਕ ਗੱਲ ਬਾਰ-ਬਾਰ ਕਲੀਅਰ ਕਰੀਏ ਵੀ ਜੇਕਰ ਬਾਅਦ ਦੇ ਵਿੱਚ ਉਹ ਬੰਦੇ ਦੇ ਕੋਈ ਸਾਹ ਚੱਲਦੇ ਹੋਏ ਬੰਦਾ ਜਿਉਂਦਾ ਹੋਇਆ, ਤੇ ਜਿਹੜੇ ਬੰਦੇ ਜ਼ਿੰਮੇਵਾਰਾਂ ਨੇ ਹੁਣ ਜ਼ਿੰਮੇਵਾਰੀ ਚੱਕੀ ਆ, ਬਾਅਦ ਚ ਉਹ ਹਾਲ ਉਹਨਾਂ ਦਾ ਹੋਊਗਾ, ਅਸੀਂ ਐਲਾਨ ਕਰਦੇ ਆ। ਦੂਸਰੀ ਗੱਲ ਇਹ ਜ਼ਰੂਰੀ ਆ, ਇਹ ਬੜਾ ਕਲੀਅਰ ਆ ਵੀ ਸਾਨੂੰ ਇਨਸਾਫ ਨਹੀਂ ਮਿਲਣਾ, ਖਾਸ ਕਰਕੇ ਸਿੱਖਾਂ ਨੂੰ ਇਨਸਾਫ ਨਹੀਂ ਮਿਲਣਾ। 84 ਦਾ ਨਹੀਂ ਮਿਲਿਆ ਸਾਨੂੰ, ਬਰਗਾੜੀ ਦਾ ਨਹੀਂ ਮਿਲਿਆ, ਸਾਡੇ ਸਿੰਘ ਸ਼ਹੀਦ ਹੋਏ ਪਰਿਵਾਰ ਬੈਠੇ ਆ ਉਹ ਨਹੀਂ ਮਿਲਿਆ। ਇਹ ਇਨਸਾਫ ਲੈਣਾ ਪੈਣਾ। ਫੋਟੋ ਦੇ ਹਿਸਾਬ ਨਾਲ ਪੰਥ ਇਨਸਾਫ ਚੈੱਕ ਕੀਤਾ ਸਿੰਘ ਨੇ। ਸੋ ਪੰਥ ਇਹ ਫੈਸਲਾ ਆਪ ਕਰੂਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਹੈ। ਅਸੀਂ ਬਾਰ-ਬਾਰ ਇਹ ਗੱਲ ਕਹਿੰਦੇ ਆ, ਇਹ ਪੰਥ ਦੀ ਜ਼ਗੀਰ ਆ। ਅੱਜ ਜੇ ਕੁਝ ਲੋਕ ਕੁਰਸੀਆਂ ਤੇ ਬੈਠੇ ਨੇ, ਕਾਬਜ ਨੇ, ਤੇ ਉਹ ਸੱਤਾ ਦੇ ਵਿੱਚ ਭੁੱਖੇ ਤੇ ਅੰਨੇ ਹੋਏ ਨੇ, ਜੇ ਉਹ ਆਪਣੇ ਪੰਥ ਦੀ ਪ੍ਰਸਤੀ ਨਹੀਂ ਕਰਦੇ ਤੇ ਫਿਰ ਇਹ ਛੱਡ ਕੇ ਘਰਾਂ ਨੂੰ ਚੱਲ ਜਾਣ, ਪੰਥ ਸਾਂਭ ਲੂਗਾ। ਤੇ ਜੇ ਅੱਜ ਇਹਨਾਂ ਨੇ ਪੰਥ ਦਾ ਉਹ ਰੁਤਬਾ ਕਾਇਮ ਰੱਖਿਆ, ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਸੱਚਮੁੱਚ ਉਸ ਬੰਦੇ ਨੂੰ ਇਹਨਾਂ ਨੇ ਮਾਰਿਆ ਹੋਇਆ ਵਾ, ਤੇ ਜਿਵੇਂ ਕਿ ਸੰਗਤ ਦੇ ਦੇਖ ਕੇ ਵੀ ਆਏ ਨੇ ਸਿੰਘ, ਉਹ ਮੰਜਰ ਮੱਤੇਵਾਲ ਵੀ ਕਹਿ ਰਿਹਾ, ਅਸੀਂ ਦਿਲੋਂ ਧੰਨਵਾਦ ਕਰਦੇ ਹਾਂ। ਤੇ ਪੰਥ ਦੀ ਇਹੋ ਰੋਇਤਾ, ਕਿਉਂ ਗੁਰੂ ਸਾਹਿਬ ਦਾ ਸਿੱਧਾ ਹੁਕਮ ਆ, ਗੁਰ ਕੀ ਨਿੰਦਾ ਸੁਣਿਆ ਨਾ ਕਾਨ। ਇਹ ਲੱਗਦਾ ਕੋਈ ਏਜੰਸੀਆਂ ਦਾ ਬੰਦਾ ਹੋ ਸਕਦਾ। ਵੇਖੋ 100% ਏਜੰਸੀਆਂ ਦਾ ਹੀ ਆ। ਵੇਖੋ ਤੁਸੀਂ ਸਮਝੋ ਇਲੈਕਸ਼ਨ ਆ ਰਹੀ ਆ, ਇਸ ਵੇਲੇ ਪੰਥ ਦੀ ਚੜ੍ਹਦੀ ਕਲਾ, ਜਿੱਤ ਕੇ ਆਏ ਆਪਾਂ ਦਿੱਲੀ। ਇਸ ਕਰਕੇ ਪੰਥ ਨੂੰ ਵਿੱਚ ਹੁਣ ਪਾੜ ਪਾ ਕੇ ਜਾਂ ਪੰਥ ਨੂੰ ਇਸ ਤਰੀਕੇ ਨਾਲ ਗੁੰਮਰਾਹ ਕਰਕੇ ਪੰਜਾਬ ਦੇ ਮਾਹੌਲ ਨੂੰ ਅੱਗ ਲਾਉਣ ਦੀ ਸ਼ਰੇਆਮ ਕੋਸ਼ਿਸ਼ ਆ। ਸਾਡੇ ਤਖਤਾਂ ਦੇ ਪਹੁੰਚ ਗਏ ਹੋ, ਇਸ ਤੋਂ ਉੱਪਰ ਦਾ ਕੁਝ ਨਹੀਂ ਹੈਗਾ। ਪੜਤਾਲ ਕੀਤੀ ਜਾਵੇਗੀ। ਵੇਖੋ ਬਿਲਕੁਲ ਪੜਤਾਲ ਤਾਂ ਹੁਣ ਹੋ ਗਈ, ਗੁਰੂ ਸਾਹਿਬ ਨੇ ਕਰਤੀ ਪੜਤਾਲ। ਪਰ ਗਾਂ ਵੀ ਜੇਕਰ ਕੋਈ ਆਊਗਾ ਨਾ, ਏਜੰਸੀਆਂ ਦਾ ਕੋਈ ਬੰਦਾ ਆਊਗਾ, ਇਸੇ ਤਰ੍ਹਾਂ ਹੀ ਹੋਵੇ। ਅਸੀਂ ਇਹਦੀ ਕਾਮਨਾ ਕਰਦੇ ਹਾਂ। ਜੇ ਸ਼੍ਰੋਮਣੀ ਕਮੇਟੀ ਕਰੇ ਤਾਂ ਬਹੁਤ ਵਧੀਆ, ਜੇ ਬਾਹਰ ਕਿਸੇ ਸਿੰਘ ਦੇ ਹੱਥ ਲੱਗਦਾ ਤਾਂ ਕਰੂਗਾ। ਇਹ ਬੇਅਦਬੀ ਦੀ ਘਟਨਾ ਬਹੁਤ ਹੀ ਨਿੰਦਣਯੋਗ ਸੀਗੀ। ਇਹ ਕਾਰਨ ਇਹ ਸੀਗਾ ਕਿ ਜਦੋਂ ਤਖਤ ਸਾਹਿਬ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੇਅਦਬੀ ਹੋਈ ਸੀਗੀ, ਤੇ ਉਦੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਤੇ ਅਹੁਦੇਦਾਰਾਂ ਨੇ ਉਹਨੂੰ ਇਹ ਕਹਿ ਕੇ ਛੱਡ ਦਿੱਤਾ ਸੀਗਾ ਵੀ ਅਸੀਂ ਆਪਣੇ ਉੱਤੇ ਪਰਚੇ ਨਹੀਂ ਪਵਾਉਣਾ ਚਾਹੁੰਦੇ, ਜੋ ਕਿ ਬਹੁਤ ਹੀ ਮਾੜੀ ਗੱਲ ਸੀਗੀ। ਉਹਦੇ ਵੱਲ ਵੇਖ ਕੇ ਅੱਜ ਇੱਕ ਦੁਸ਼ਟ ਪਾਪੀ ਹਰਮੰਦਰ ਸਾਹਿਬ ਤੱਕ ਆ ਗਿਆ। ਅੱਜ ਜਦੋਂ ਉਹਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਜਿਹੜਾ ਦਬੋਚ ਲਿਆ ਗਿਆ। ਜਦੋਂ ਪੁਲਿਸ ਆਈ, ਪੁਲਿਸ ਦੇ ਹਵਾਲੇ ਕੀਤਾ ਗਿਆ। ਜਦੋਂ ਸਾਨੂੰ ਪਤਾ ਲੱਗਾ ਤੇ ਸਿੱਖ ਸੰਗਤਾਂ ਜਿਹੜੀਆਂ ਵਹੀਰਾਂ ਘੱਤ ਕੇ ਦਰਬਾਰ ਸਾਹਿਬ ਪਹੁੰਚ ਗਈਆਂ। ਸਾਡਾ ਜਿਹੜਾ ਟਕਰਾਅ ਸ਼੍ਰੋਮਣੀ ਕਮੇਟੀ ਦੇ ਨਾਲ ਹੋਇਆ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ, ਸ਼੍ਰੋਮਣੀ ਕਮੇਟੀ ਨੇ ਅੰਦਰੋਂ ਗੇਟ ਬੰਦ ਕੀਤਾ ਸੀਗਾ। ਸਾਡੀ ਉਹਨਾਂ ਨਾਲ ਬਹੁਤ ਜ਼ਿਆਦਾ ਤਕਰਾਰ ਹੋਈ। ਉਹ ਤੋਂ ਤਕਰਾਰ ਤੋਂ ਬਾਅਦ ਸਾਨੂੰ ਸ਼੍ਰੋਮਣੀ ਕਮੇਟੀ ਨੇ ਇਹ ਕਿਹਾ ਕਿ ਬੰਦਾ ਜਿਹੜਾ ਜਹਾਜ਼ੇ ਚੜ੍ਹ ਗਿਆ ਆ। ਅਸੀਂ ਫਿਰ ਵੀ ਕਿਹਾ ਵੀ ਸਾਨੂੰ ਵਿਖਾਇਆ ਜਾਵੇ, ਫਿਰ ਸਾਨੂੰ ਤਸੱਲੀ ਹੋਏਗੀ। ਫਿਰ ਉਸ ਪਾਪੀ ਦੀ ਜਿਹੜੀ ਲਾਸ਼ ਆ ਉਹ ਧੂ ਕੇ ਸੰਗਤਾਂ ਦੇ ਸਾਹਮਣੇ ਕੀਤੀ ਗਈ ਤੇ ਸਾਡੇ ਜਿਹੜੇ ਹਿਰਦੇ ਫੇਰ ਠਾਰੇ ਗਏ। ਅਸੀਂ ਸ਼ਲਾਘਾ ਕਰਦੇ ਹਾਂ ਸ਼੍ਰੋਮਣੀ ਕਮੇਟੀ ਦੀ ਕਿ ਤੁਸੀਂ ਇਹ ਜਿਹੜੀ ਪਹਿਲ ਕੀਤੀ ਆ, ਵੀ ਤੁਸੀਂ ਵਧਾਈ ਦੇ ਪਾਤਰ ਹੋ ਵੀ ਦੁਸ਼ਟਾਂ ਨੂੰ ਇਸ ਤਰ੍ਹਾਂ ਹੀ ਝਟਕਾਇਆ ਜਾਵੇ। ਔਰ ਸਾਨੂੰ ਇਸ ਚੀਜ਼ ਦੀ ਖੁਸ਼ੀ ਆ ਕਿ ਸ਼੍ਰੋਮਣੀ ਕਮੇਟੀ ਨੇ ਜਿਹੜਾ ਕੰਮ ਕੀਤਾ ਵਧੀਆ ਕੀਤਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਭਾਜੀ ਕਹੀਏ, ਸਾਡਾ ਤਾਂ ਮਰਨ ਹੋ ਗਿਆ, ਮਰਨ। ਇਹ ਤੋਂ ਵੱਧ ਅਸੀਂ ਮਰਨਾ ਹੋਰ ਕੀ ਹੈ ਸਿੱਖਾਂ ਨੇ। ਵੀ ਸਾਡੇ ਪਹਿਲਾਂ ਤਾਂ ਤਖਤ ਤੇ ਆ ਕੇ ਉਹਨਾਂ ਬੀੜੀਆਂ ਪਹਿਲਾਂ ਸੁੱਟੀਆਂ ਤੇ ਦੂਜਾ ਆ ਕੇ ਹੁਣ ਤਖਤ ਤੇ ਆ ਕੇ ਹਮਲਾ ਬੋਲਦਾ। ਇਹ ਤੋਂ ਸਾਡਾ ਮਰਨ ਹੋਰ ਕੀ ਹੋਣਾ ਚਾਹੀਦਾ, ਮਰ ਜਾਣਾ ਚਾਹੀਦਾ ਸਾਨੂੰ ਮੇਰੇ ਹਿਸਾਬ ਨਾਲ।
ਤੇ ਜਿਹੜੇ ਬੰਦਿਆਂ ਵੇਖੋ ਇਹਨਾਂ ਨੂੰ ਉੱਥੇ ਜਿੱਥੇ ਲੈਬ ਹੋਣ ਡਿਆ ਸੀ ਉੱਥੇ ਟੁੱਕਣਾ ਚਾਹੀਦਾ ਸੀ। ਵੇਖ ਸਾਹਮਣੇ ਸੰਗਤ ਦੇ ਜਿੱਦਾਂ ਵੜਾ ਸੀ ਉੱਥੇ ਟੁੱਕਣਾ ਚਾਹੀਦਾ ਸੀ ਅੰਦਰ ਹੀ। ਲੋਕਾਂ ਨੂੰ ਪਤਾ ਲੱਗਦਾ ਵੀ ਇਹ ਅਸਰ ਕੀ ਹੋਇਆ ਵਾ। ਇਹ ਜਿਹੜਾ ਹੁਣ ਕੰਮ ਕੀਤਾ ਵਾ ਇਦਾਂ ਬੇਹੋਸ਼ ਕਰਕੇ ਵੱਢ ਕੇ ਮੈਨੂੰ ਸੁੱਟਿਆ ਗਿਆ ਉੱਥੇ। ਹੁਣ ਮਰਿਆ ਵੀਡੀਓ ਵਿਖਾ ਲੈਂਦੇ ਆ ਤੇ ਇਦਾਂ ਤਾਂ ਮੈਨੂੰ ਵੀ ਸੁੱਟਿਆ ਗਿਆ। ਮੈਂ ਵੀ ਮਰਿਆ 328 ਰੁਪਏ ਦਾ ਹਿਸਾਬ ਲੈਣ ਆਇਆ। ਮੈਂ ਵੀ ਸ਼ੁਰਤ ਨਹੀਂ ਉਦੋਂ ਡਾਂਗਾ ਫੇਰਦੇ ਹੀ। ਇਦਾਂ ਕਿਦਾਂ ਯਕੀਨ ਕਰ ਲਈਏ ਅਸੀਂ ਵੀ ਬੰਦਾ ਮਰ ਗਿਆ। ਤੁਹਾਡੇ ਖਿਆਲ ਨਾਲ ਕਿ ਅੰਦਰ ਟਾਸਕ ਫੋਰਸ ਹੁੰਦੀ ਹੈ ਐਸਜੀਪੀਸੀ ਦੀ ਸਾਰੇ ਪ੍ਰਬੰਧ ਹੁੰਦੇ ਨੇ ਇਹਦੇ ਬਾਵਜੂਦ ਬੰਦਾ ਕਿਸ ਤਰ੍ਹਾਂ ਅੰਦਰ ਵੜਿਆ ਕਿਸ ਤਰ੍ਹਾਂ ਕਾਮਯਾਬ ਹੋਇਆ? ਭਾਈ ਸਾਹਿਬ ਇਹਨਾਂ ਬਾਰੇ ਮੈਂ ਹੁਣ ਤੁਹਾਨੂੰ ਕੀ ਆਖਾਂ। ਜੇ ਤੇ ਇਹਨਾਂ ਕਰਤਾ ਆ ਕੰਮ ਤੇ ਕੰਮ ਸਲਾਂਘਾ ਯੋਧਿਆਂ ਵਾਲਾ ਕੰਮ ਇਹਨਾਂ ਦਾ। ਮੈਂ ਇਹਨਾਂ ਨੂੰ ਗੱਲ ਮੈਨੂੰ ਕੋਈ ਇਹਨਾਂ ਨਾਲ ਵੇਰ ਵਿਰੋਧ ਨਹੀਂ। ਕੋਈ ਖੁਦ ਹਾਰ ਪਾਵਾਂਗੇ ਉਹਨਾਂ ਨੂੰ ਜੇ ਇਹਨਾਂ ਇਹ ਕੰਮ ਕਰਤਾ ਆ। ਤੇ ਜਿੱਦਾਂ ਮੱਤੇਵਾਲ ਕਹਿਣ ਡਿਆ ਜੇ ਉਹ ਬੰਦਾ ਬੋਲਦਾ ਆ ਝੂਠ ਤਾਂ ਮੱਤੇਵਾਲ ਮੇਰਾ ਗਵਾਂਢੀ ਆ। ਮੈਂ ਹੀ ਪਾਇਆ ਉਹਨੂੰ ਉੱਥੇ ਤਾਂ ਫਿਰ ਮੱਤੇਵਾਲ ਦਾ ਹਾਲ ਬੁਰਾ ਹੋਊਗਾ। ਜਿਹੜੀ ਸਿੱਧੀ ਗੱਲ ਆ ਕਿਉਂਕਿ ਝੂਠ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੰਦੇ ਨੇ ਝੂਠ ਬੋਲਣਾ ਵੀ ਬੰਦਾ ਜਿਹੜਾ ਵਾ ਬੰਦਾ ਮਾਰਤਾ ਸੀ ਫਿਰ ਉਹਦਾ ਲਿਹਾਜ਼ ਨਹੀਂ ਹੋਊਗਾ। ਫਿਰ ਉਹਦਾ ਜਿਹੜਾ ਜੋ ਵੀ ਹਿਸਾਬ ਕੌਮ ਕਰੂਗੀ ਉਹਦੇ ਨਾਲ ਮੱਤੇਵਾਲ ਨਾਲ। ਬੀਤੇ ਦਿਨੀ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਸੀ ਉਸ ਸਰੋਵਰ ਦੇ ਵਿੱਚ ਸੁੱਟਿਆ ਗਿਆ ਸੀ। ਲਗਾਤਾਰ ਦੂਜੀ ਘਟਨਾ। ਇਹ ਭਾਈ ਸਾਹਿਬ ਦੂਜੀ ਘਟਨਾ ਨਹੀਂ ਇਹਦਾ ਘੱਟ ਤੋਂ ਘੱਟ 11 ਘਟਨਾ ਹੋ ਗਈਆਂ ਵਾ। ਇੱਕ ਦੂਜੀ ਘਟਨਾ ਨਹੀਂ। ਪਤਾ ਹੀ ਨਹੀਂ ਕਿੰਨੀ ਥਾਂ ਨਰਾਦਰ ਜਿਹੜਾ ਸਤਿਗੁਰ ਦਾ ਕੀਤਾ ਗਿਆ। ਆਖਿਰ ਕੌਣ ਹੈ ਉਹ ਸ਼ਖਸ ਜਿਹੜੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ? ਭਾਈ ਸਾਹਿਬ ਇਹੀ ਤੇ ਗੱਲ ਹੈ ਸਾਡੀਆਂ ਸਰਕਾਰਾਂ ਕਰਾਉਂਦੀਆਂ ਵਾ। ਜਿਹੜਾ ਇਹਨਾਂ ਦੀਆਂ ਇਲਤਾਂ ਵਾ ਸਾਰੀਆਂ ਸਰਕਾਰਾਂ ਦੀਆਂ। ਕਿਉਂਕਿ ਕਿਉਂ ਨਹੀਂ ਕਾਨੂੰਨ ਅਸੀਂ ਇੱਕ ਧਰਮ ਦੀ ਗੱਲ ਨਹੀਂ ਕਰਦੇ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਅਸੀਂ ਇਹੋ ਗੱਲ ਕਹਿੰਦੇ ਆ ਵੀ ਕੋਈ ਵੀ ਧਰਮ ਦਾ ਭਾਵੇਂ ਹਿੰਦੂ ਧਰਮ ਆ ਮੁਸਲਮਾਨ ਧਰਮ ਆ ਈਸਾਈ ਧਰਮ ਸਿੱਖ ਧਰਮ ਆ ਇਹਨਾਂ ਵਾਸਤੇ ਸਭ ਇੱਕ ਕਾਨੂੰਨ ਚਾਹੀਦਾ। ਕੋਈ ਨਰਾਦਰ ਕਰਦਾ ਵਾ ਮਹਾਰਾਜ ਦਾ ਕਿਸੇ ਦੇ ਵੀ ਮੰਦਰ ਦਾ ਨਰਾਦਰ ਕਰਦਾ ਤੇ ਉਹਨੂੰ ਸਜਾਏ ਚਰਾਏ ਦੇ ਵਿੱਚ ਖੜਿਆ ਕਰਕੇ ਮੌਤ ਦੇਣੀ ਚਾਹੀਦੀ ਆ। ਜਦੋਂ ਵੀ ਬੇਅਦਬੀ ਹੁੰਦੀ ਗੁਰੂ ਗ੍ਰੰਥ ਸਾਹਿਬ ਜੀ ਤੇ ਇਲਜ਼ਾਮ ਲਾਇਆ ਜਾਂਦਾ ਕਿ ਉਹ ਮੰਦਬੁੱਧੀ ਆ ਉਹ ਪਾਗਲ ਆ ਤੇ ਇਸ ਤਰ੍ਹਾਂ ਕਿਉਂ ਆਖਰ ਮੰਦਬੁੱਧੀ ਪਾਗਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਕਰਦੇ ਆ? ਇਹ ਭਾਈ ਸਾਹਿਬ ਇਹ ਪਾਗਲ ਜਾ ਕੇ ਆਪਣੀ ਜਨਾਨੀ ਜਾਂ ਮਾਂ ਜਾਂ ਪਿਓ ਨੂੰ ਕਿਉਂ ਨਹੀਂ ਵੜਦੇ? ਇਹ ਪਾਗਲ ਆ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਿਉਂ ਹੋ ਜਾਂਦੇ ਆ? ਇਹ ਕਿਉਂ ਬਾਰ-ਬਾਰ ਇਹ ਸ਼ਰਾਰਤਾਂ ਜਿਹੜੀਆਂ ਸਾਡੇ ਨਾਲ ਹੁੰਦੀਆਂ ਬਾਰ-ਬਾਰ ਇਹ ਜਿਹੜਾ ਵਾ ਇਹ ਬੰਦੇ ਬਖਸ਼ੇ ਨਹੀਂ ਜਾਣਗੇ। ਜਿੰਨਾ ਕੀਤਾ ਵਾ ਉਹ ਵੀ ਨਹੀਂ ਹੁਣ ਛੱਡਾਂਗੇ ਕਿਉਂਕਿ ਉਹਨਾਂ ਦੇ ਮਗਰ ਪਹੁੰਚਾਂਗੇ ਅਸੀਂ ਜਿੱਥੇ ਕੀਤਾ ਵਾ। ਤੇ ਇਹ ਵੀ ਬੰਦਾ ਜਿੰਨਾ ਚਿਰ ਸਾਨੂੰ ਕਲੀਅਰ ਨਹੀਂ ਹੁੰਦਾ ਫੋਟੋਆਂ ਜਿੱਦਾਂ ਮਰਜ਼ੀ ਵਿਖਾਈ ਜਾਂਦੇ ਆ ਪਰ ਫੋਟੋਆਂ ਤੇ ਕਲੀਅਰ ਨਹੀਂ। ਜਿੰਨਾ ਚਿਰ ਕਲੀਅਰ ਨਹੀਂ ਹੁੰਦਾ ਨਬਜ਼ ਫੜ ਕੇ ਨਹੀਂ ਬੰਦੇ ਵੀ ਇਹ ਬੰਦਾ ਮਰ ਗਿਆ ਉਹਨਾਂ ਚਿਰ ਅਸੀਂ ਨਹੀਂ ਇੱਥੋਂ ਹਿੱਲਣਾ। ਕਿਉਂਕਿ ਸਾਡੇ ਨਾਲ ਅੱਗੇ ਵੀ 328 ਰੁਪਏ ਦਾ ਇਹਨਾਂ ਸ਼੍ਰੋਮਣੀ ਕਮੇਟੀ ਵਾਲਿਆਂ ਛਲ ਕੀਤਾ ਤੇ ਬਾਰ-ਬਾਰ ਇਹ ਛਲ ਜਿਹੜਾ ਅਸੀਂ ਨਹੀਂ ਝੱਲਣਾ। ਇਹ ਜੰਗਲਾ ਟੱਪ ਕੇ ਉਹਦੇ ਅੰਦਰ ਚਲ ਗਿਆ ਔਰ ਅੰਦਰ ਜਾ ਕੇ ਉਹਨੇ ਉੱਥੋਂ ਜਿਹੜੇ ਆਪਣੇ ਮਹਾਰਾਜ ਦੇ ਅੱਗੇ ਜਿਹੜੀ ਆਪਣੀ ਸ੍ਰੀ ਸਾਹਿਬ ਪਈ ਹੁੰਦੀ ਆ ਉਹ ਚੁੱਕ ਕੇ ਤੇ ਜਦੋਂ ਉਹਨੇ ਚੁੱਕੀ ਤੇ ਜਿੰਨੇ ਵੀ ਅੰਦਰ ਆਪਣੇ ਸਿੰਘ ਸਾਹਿਬ ਦੇ ਨਾਲ ਬਾਕੀ ਸਿੰਘ ਬੈਠੇ ਸੀਗੇ ਆਲੇ ਦੁਆਲੇ ਉਹਨਾਂ ਸਾਰਿਆਂ ਨੇ ਵੀ ਜਿਹੜੀ ਉਹਨੂੰ ਤੋਂ ਫੜ ਕੇ ਤੇ ਜਦੋਂ ਜੰਗਲੇ ਤੋਂ ਬਾਹਰ ਪਾਇਆ ਤੇ ਉਸ ਤੋਂ ਬਾਅਦ ਫਿਰ ਉਹ ਜਦੋਂ ਬਾਹਰ ਲਿਆਉਣ ਤੋਂ ਬਾਅਦ ਫਿਰ ਇੱਥੇ ਤੱਕ ਲਿਆਉਂਦੇ ਤੇ ਰਸਤੇ ਦੇ ਵਿੱਚ ਸੰਗਤ ਨੇ ਜਿਹੜਾ ਆ ਵੀ ਉਹਦੀ ਕੁੱਟਮਾਰ ਇੰਨੀ ਕੁ ਹੋ ਗਈ ਕਿ ਉਹ ਬੰਦਾ ਇੱਥੇ ਆਉਂਦੇ ਤੱਕ ਜਿਹੜਾ ਆ ਉਹ ਖਤਮ ਹੋ ਗਿਆ ਜੀ। ਇਸ ਟਾਈਮ ਬੋਡੀ ਕਿੱਥੇ ਹੈ ਸਰ? ਉਸ ਨਹੀਂ ਇਹ ਚੀਜ਼ਾਂ ਜਿਹੜੀਆਂ ਹੁਣ ਉਸ ਦੇ ਵਿੱਚ ਉੱਥੇ ਕਰਾਤਾ ਆ। ਉਸ ਤੋਂ ਬਾਅਦ ਹੁਣ ਉਹਦਾ ਪੋਸਟਮਾਰਟਮ ਵਗੈਰਾ ਹੋਊਗਾ। ਕਰੀਬ ਇਹਦੇ ਜੋ ਦੇਖਣ ਮੁਤਾਬਕ ਜੋ ਹੁਣ ਜਿਹੜੀ ਫੁਟੇਜ ਦੇਖ ਰਹੇ ਆ ਕੋਈ ਇੱਥੇ 25 ਸਾਹਮਣੇ ਉੱਪਰ ਥੱਲੇ ਹੋ ਸਕਦਾ। ਸਰ ਰਹਿਣ ਵਾਲਾ ਕਿੱਥੋਂ ਦਾ ਸੀਗਾ? ਇਹ ਚੀਜ਼ਾਂ ਜਿਹੜੀਆਂ ਸਾਰੀਆਂ ਹੁਣ ਅਸੀਂ ਅੱਗੇ ਵਾਚ ਕਰਾਂਗੇ ਕਿਉਂਕਿ ਕੈਮਰਿਆਂ ਦੇ ਵਿੱਚ ਸਾਰਾ ਕੁਝ ਆ ਗਿਆ ਹੈ। ਔਰ ਵੇਖਿਆ ਤੁਸੀਂ ਇਕੱਲੇ ਸੀਗੇ ਨਾਲ ਹੋਰ ਵੀ? ਨਹੀਂ ਇਹ ਉਸ ਟਾਈਮ ਜਿਹੜਾ ਇਕੱਲਾ ਹੀ ਬੰਦਾ ਸੀਗਾ ਕਿਉਂਕਿ ਉਦੋਂ ਜਿੰਨੀ ਸੰਗਤ ਮੱਥਾ ਟੇਕ ਰਹੀ ਆ ਉਹ ਸਾਰੀ ਸੰਗਤ ਦੇ ਵਿੱਚ ਇਕੱਲਾ ਪਹਿਲਾਂ ਆਰਾਮ ਨਾਲ ਖੜਾ ਸੀਗਾ। ਜਦੋਂ ਉਹਨੇ ਬਿਲਕੁਲ ਮੱਥਾ ਜਿੱਥੇ ਆਪਾਂ ਨੀਵੇਂ ਹੋ ਕੇ ਟੇਕੀ ਦਾ ਉਦੋਂ ਉਹਨੇ ਉੱਥੇ ਜਿਹੜਾ ਆ ਉਹਨੇ ਜੰਗਲਾ ਜਿਹੜਾ ਟੱਪ ਲਿਆ। ਸਰ ਰਹਿਰਾਸ ਵੇਲੇ ਤਾਂ ਸੰਗਤ ਸਾਰੀ ਬੈਠੀ ਹੁੰਦੀ ਹੈ? ਨਹੀਂ ਰਹਿਰਾਸ ਦੇ ਟਾਈਮ ਅੰਦਰ ਲੇਕਿਨ ਜਿਹੜੀ ਸੰਗਤ ਆ ਉਹ ਮੱਥਾ ਪਾਠ ਚੱਲ ਰਿਹਾ ਜਦੋਂ ਅਰਦਾਸ ਹੁੰਦੀ ਉਦੋਂ ਸੰਗਤ ਸਾਰੀ ਬੈਠ ਜਾਂਦੀ ਆ। ਇਹ ਜਦੋਂ ਆਪਣੇ ਮਹਾਰਾਜ ਦੀ ਰਹਿਰਾਸ ਚੱਲ ਰਹੀ ਸੀ ਸਾਰੀ ਸੰਗਤ ਮੱਥਾ ਟੇਕ ਰਹੀ ਸੀ। ਪਿਛਲੇ ਬੰਨੇ ਬੈਠੇ ਹੁੰਦੇ ਆ ਬਾਲ ਕੱਟੇ ਹੋਏ ਆ ਔਰ ਸਿਰ ਤੇ ਜਿਹੜਾ ਪੀਲੇ ਰੰਗ ਦਾ ਪੱਟਾ ਬੱਧਾ ਸੀਗਾ ਔਰ ਕੋਈ ਕਰੀਬ ਜਿਹੜੀ ਉਮਰ ਇੱਥੇ ਮਤਲਬ 20-25 ਸਾਲ ਇੱਥੇ ਐਵਰੇਜ ਇੰਨੀ। ਸਰ ਐਕਸੀਬੀਸੀ ਨੇ ਕੋਈ ਰਿਟਨ ਦੇ ਵਿੱਚ ਸਿੱਖ ਸੰਗਤ ਨੇ ਕੋਈ ਡਿਮਾਂਡ ਕੀਤੀ ਤੁਹਾਡੀ? ਬਿਲਕੁਲ ਜੀ ਜਿਹੜੀ ਸਿੱਖ ਸੰਗਤ ਦਾ ਉਹਨੂੰ ਸਾਰੀ ਨੂੰ ਦੱਸ ਦਿੱਤਾ। ਕਾਫੀ ਸਾਰੇ ਸੰਗਤ ਦੇ ਵਿੱਚ ਬਹੁਤ ਰੋਸ ਸੀਗਾ ਇਸ ਗੱਲ ਦਾ ਔਰ ਉਹ ਸਾਰਿਆਂ ਨੂੰ ਅਸੀਂ ਦੱਸਿਆ ਵੀ ਆਹ ਗੱਲ ਹੋ ਗਈ ਆ ਔਰ ਉਹ ਸਾਰੇ ਹੁਣ ਇਸ ਗੱਲ ਨਾਲ ਸਾਡੇ ਨਾਲ ਐਗਰੀ ਆ। ਹੁਣ ਉਸ ਤੋਂ ਬਾਅਦ ਜਿਹੜਾ ਕੱਲ੍ਹ ਨੂੰ ਹੁਣ ਜਿਹੜਾ ਪੋਸਟਮਾਰਟਮ ਕਰਾਵਾਂਗੇ ਔਰ ਅਸੀਂ ਬਿਲਕੁਲ ਜਿਹੜੀ ਆ ਉਹ ਅੱਗੇ ਜੋ ਬਣਦੀ ਕਰ ਰਹੀ ਹੈ। ਸਾਹਿਬ ਇਹੋ ਜਿਹੇ ਸ਼ਰਾਰਤੀ ਬੰਦੇ ਹੋਰ ਵੀ ਇਹਦੇ ਨਾਲ ਹੋ ਸਕਦੇ ਜੀ ਕੋਈ? ਹਾਂਜੀ ਕੋਈ ਸ਼ਰਾਰਤੀ ਅੰਸਰ ਹੋਰ ਵੀ ਹੋ ਸਕਦੇ? ਦੇਖੋ ਅਸੀਂ ਇਹਦੇ ਵਿੱਚ ਨਾ ਸਾਰੀਆਂ ਸਾਡੀਆਂ ਟੀਮਾਂ ਲੱਗ ਗਈਆਂ ਆਲਰੇਡੀ। ਇੱਥੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬਹੁਤ ਜ਼ਿਆਦਾ CCTV ਕੈਮਰੇ ਆ ਬਾਹਰ ਤੋਂ ਲੈ ਕੇ ਅੰਦਰ ਤੱਕ। ਅਸੀਂ ਇਹਨੂੰ ਪੂਰਾ ਵਾਚ ਕਰਾਂਗੇ ਵੀ ਉਹ ਤੋਂ ਬਾਹਰੋਂ ਇਕੱਲਾ ਆ ਰਿਹਾ ਕਿ ਜਾਂ ਇਹਦੇ ਨਾਲ ਹੋਰ ਵੀ ਕੋਈ ਆ ਰਿਹਾ। ਉਹ ਸਾਰੀ ਚੀਜ਼ ਵਾਚ ਕਰਕੇ ਜੇ ਕੋਈ ਇਹਦੇ ਨਾਲ ਦਾ ਹੋਇਆ ਉਹਨੂੰ ਵੀ ਵੈਰੀਫਾਈ ਕਰਾਂਗੇ। ਥੈਂਕ ਯੂ ਜੀ ਧੰਨਵਾਦ ਜੀ।
ਸਰਕਾਰ ਬੰਦੇ ਵੀ ਅੱਜ ਮਿਲਦੇ ਨੇ ਹੜਤਾਲ ਚੱਲ ਰਹੀ ਹੈ ਇਸ ਕਰਕੇ ਲੇਕਿਨ ਉਹ ਜਿਹੜਾ ਬੇਅਦਬੀ ਕਰਨ ਵਾਲਾ ਸੀਗਾ ਉਹਨੂੰ ਉੱਥੇ ਲੈ ਕੇ ਹੋਏ ਨੇ ਸਿਵਲ ਹਸਪੀਟਲ ਲੈ ਕੇ ਹੋਏ ਨੇ ਉੱਥੇ ਉਹਦੀ ਜਾਂਚ ਜੇ ਚੱਲ ਰਹੀ ਹੈ ਕਿ ਉਹਦਾ ਐਡਰੈਸ ਕੀ ਹੈ ਕੌਣ ਹੈਗਾ ਉਹਦੇ ਬਾਰੇ ਜੇ ਪੁੱਛ ਰਹੇ ਹਾਂ। ਪਰ ਕਿਹਾ ਜਾ ਰਿਹਾ ਕਿ ਸੰਗਤ ਵੱਲੋਂ ਕਿ ਬੰਦੇ ਦੀ ਮੌਕੇ ਤੇ ਜਿਹੜੀ ਮੌਤ ਹੋ ਗਈ ਆ ਜਿਹੜੀ ਐਸਜੀਪੀਸੀ ਦੀ ਜਿਹੜੀ ਪੁੱਛਗਿੱਛ ਦੇ ਨਾਲ ਹੀ ਹਾਂ ਮੌਤ ਹੋ ਚੁੱਕੀ ਹੈ ਮੌਤ ਹੋ ਚੁੱਕੀ ਹੈ ਲੇਕਿਨ ਇਹਨੂੰ ਸੰਗਤ ਨੂੰ ਮੈਂ ਬੇਨਤੀ ਕਰਦਾ ਕਿ ਸੰਗਤ ਜਿਹੜੀ ਆ ਉਹ ਸ਼ਾਂਤਮਈ ਤਰੀਕੇ ਦੇ ਨਾਲ ਬੈਠਣ ਮਤਲਬ ਜੇ ਸ਼੍ਰੋਮਣੀ ਕਮੇਟੀ ਦਾ ਦਰਵਾਜ਼ਾ ਭੰਨਣਾ ਜਾਂ ਹਾਏ ਹਾਏ ਕਰਨਾ ਜਿਹੜਾ ਇਹ ਕੋਈ ਤੁਕ ਨਹੀਂ ਬਣਦੀ ਕਿਉਂਕਿ ਗੁਰੂ ਘਰ ਦੀ ਮਰਜ਼ਾਦਾ ਨੂੰ ਮੁੱਖ ਰੱਖ ਕੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ। ਸਰ ਆਇਡੈਂਟੀਫਾਈ ਕੀਤਾ ਗਿਆ ਆਇਡੈਂਟੀਫਿਕੇਸ਼ਨ ਚੱਲ ਰਹੀ ਹੈ ਉਹਨਾਂ ਦੀ ਹੋ ਰਹੀ ਹੈ। ਸਰ ਕੋਈ ਸੀਸੀਟੀਵੀ ਚੈੱਕ ਕੀਤਾ ਜਾਵੇਗਾ ਕਿ ਐਂਟਰ ਤੇ ਕਿੰਨੇ ਨੌਜਵਾਨ ਅੰਦਰ ਐਂਟਰ ਹੋਏ? ਸਭ ਕੁਝ ਹੋਏਗਾ ਜੀ ਸਭ ਕੁਝ ਹੋਏਗਾ ਇਹਨੂੰ ਥੋੜਾ ਸਮਾਂ ਲੱਗੇਗਾ ਲੇਕਿਨ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਸੰਗਤ ਜਿਹੜੀ ਆ ਉਹ ਸ਼ਾਂਤਮਈ ਤਰੀਕੇ ਦੇ ਨਾਲ ਇੱਕ ਸ਼ਰਧਾਲੂਆਂ ਦੇ ਤੌਰ ਤੇ ਬੈਠਣ ਲੇਕਿਨ ਸ਼੍ਰੋਮਣੀ ਕਮੇਟੀ ਦਾ ਜਿਵੇਂ ਦਰਵਾਜ਼ਾ ਤੋੜਨਾ ਜਾਂ ਭੰਨਣਾ ਜਾਂ ਲਾਲਾ ਕਰਨੀ ਉਹ ਸਿੱਖੀਜ਼ਮ ਦੇ ਵਿੱਚ ਉਹ ਠੀਕ ਨਹੀਂ ਲੱਗ ਰਿਹਾ। ਕੀ ਨਾਮ ਕੀ ਸਾਹਮਣੇ ਆਇਆ ਜੀ ਕਿੰਨੀ ਉਮਰ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਉਹ? ਅਜੇ ਉਹ ਸਾਰਾ ਕਲੀਅਰ ਨਹੀਂ ਹੈ ਏਜ ਜਿਹੜੀ ਹੈਗੀ ਆ ਉਹ 30-35 ਸਾਲ ਦੇ ਕਰੀਬ ਲੱਗ ਰਹੀ। ਫਿਰ ਕਿੱਥੋਂ ਰਹਿਣ ਵਾਲਾ ਸੀ ਜਾਂ ਮੰਚਾ ਕੀ ਸੀ? ਇਹ ਜਾਂਚ ਕਰ ਰਹੇ ਨੇ ਐਸਐਚਓ ਗਲਿਆਰਾ ਗਏ ਹੋਏ ਨੇ ਉੱਥੇ ਮੈਨੂੰ ਇੰਨੇ ਕੀ ਮਿਲੀ ਹੈ ਲੇਕਿਨ ਉਹ ਕੋਸ਼ਿਸ਼ ਕਰ ਰਹੇ ਨੇ ਸਾਰੀ ਜਾਂਚ ਕਰਕੇ ਅਸੀਂ ਫਾਈਨਲ ਦੇਵਾਂਗੇ। ਮੌਤ ਹੋ ਚੁੱਕੀ ਹੈ ਜੀ ਇਹ ਡਿਕਲੇਅਰ ਹੋਇਆ ਕਿੰਨਾ ਸ਼ਰਧਾਲੂਆਂ ਵੱਲੋਂ ਸਿਵਲ ਹਸਪੀਟਲ ਸ਼ਰਧਾਲੂਆਂ ਵੱਲੋਂ ਕੀਤੀ ਗਈ ਹੈ ਜਾਂ ਟਾਸਕ ਫੋਰਸ ਵੱਲੋਂ? ਇਹ ਤਾਂ ਸਾਰੀ ਇਨਵੈਸਟੀਗੇਸ਼ਨ ਹੋਣੀ ਹੈ ਜੀ। ਠੀਕ ਅੱਜ ਜੋ ਦਰਦਨਾਕ ਘਟਨਾ ਦਰਬਾਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੋਈ ਹੈ ਉਹਦੇ ਤੇ ਜਿੰਨਾ ਵੀ ਦੁੱਖ ਪ੍ਰਗਟ ਕਰੋ ਥੋੜਾ ਹੈ। ਇਹ ਅਨਬੇਅਰੇਬਲ ਹੈ। ਇਹ ਹੁਣ ਕੌਮ ਸਹਾਰ ਨਹੀਂ ਸਕਦੀ ਏਡੀ ਵੱਡੀ ਬੇਇੱਜ਼ਤੀ ਏਡੀ ਬੇਅਦਬੀ ਔਰ ਇਹਦੇ 'ਚ ਇਹਦੀ ਬੜੀ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ ਤੇ ਇਹ ਸਾਜ਼ਿਸ਼ ਨੂੰ ਬੇਨਕਾਬ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਮੈਂ ਸੈਂਟਰਲ ਗਵਰਨਮੈਂਟ ਜਾਂ ਕੋਈ ਜੁਡੀਸ਼ੀਅਲ ਏਜੰਸੀ ਇਹਦੀ ਵੱਡੀ ਇਨਕੁਆਇਰੀ ਕਰੇ ਤਾਂ ਕਿ ਜਿਹੜਾ ਲੋਕਾਂ ਦੇ ਹਿਰਦੇ ਅੱਜ ਇੰਨੇ ਉਹਨਾਂ ਦੇ ਸੱਟ ਵੱਜੀ ਹੈ ਉਹਨਾਂ ਨੂੰ ਇਸ ਚੀਜ਼ ਦੀ ਪਤਾ ਲੱਗ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਅੱਜ ਜਿਹੜੀ ਹਿਰਦੇ ਵੇਦਕ ਦੁਖਦਾਇਕ ਅਤ ਸ਼ਰਮਨਾਕ ਘਟਨਾ ਵਾਪਰੀ ਹੈ ਇਹ ਘਟਨਾਵਾਂ ਦੇ ਲਈ ਇੱਕ ਤਾਂ ਉਹ ਧਿਰ ਹੈ ਜਿਹੜੀ ਬੇਅਦਬੀਆਂ ਕਰਵਾ ਰਹੀ ਹੈ ਪਿਛਲੇ ਲੰਮੇ ਸਮੇਂ ਤੋਂ ਕਰਵਾ ਰਹੀ ਹੈ। ਇਸ ਬੇਅਦਬੀ ਘਟਨਾਕ੍ਰਮ ਦੇ ਪਿੱਛੇ ਦਰਬਾਰ ਸਾਹਿਬ ਵਾਲੀ ਜਿਹੜੀ ਅੱਜ ਵਾਪਰੀ ਹੈ ਉਹਦੇ ਪਿੱਛੇ ਕੌਣ ਹੈ ਉਹ ਅਜੇ ਜਾਂਚ ਪੜਤਾਲ ਦਾ ਵਿਸ਼ਾ ਹੈ। ਦੂਜਾ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇੰਨੇ ਹੌਸਲੇ ਪੈ ਰਹੇ ਨੇ ਬੰਦਿਆਂ ਦੇ ਉਹਦਾ ਕਾਰਨ ਹੈ ਕਿ ਪੰਜਾਬ ਦੀ ਗਵਰਨਮੈਂਟ ਮਹਾ ਨਲਾਇਕ ਹੈ ਭਾਵੇਂ ਉਹ ਪਹਿਲਾਂ ਬਾਦਲਾਂ ਦੀ ਸੀ ਤੇ ਜਾਂ ਅੱਜ ਕਾਂਗਰਸ ਦੀ ਆ ਕਿਉਂਕਿ ਜਦੋਂ ਪਿਛਲੇ ਸਮਿਆਂ 'ਚ ਜਿਹਨਾਂ ਲੋਕਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਤੇ ਬਣਦੀ ਕਾਰਵਾਈ ਨਹੀਂ ਹੁੰਦੀ ਉਹ ਲੋਕ ਜ਼ਮਾਨਤਾਂ ਦੇ ਉੱਤੇ ਬਾਹਰ ਤੁਰੇ ਫਿਰਦੇ ਆ ਤਾਂ ਫਿਰ ਉਹਨਾਂ ਦੇ ਹੌਸਲੇ ਬੁਲੰਦ ਹੁੰਦੇ ਆ। ਪਹਿਲਾਂ ਚੋਰੀ ਛੁਪੇ ਬੇਅਦਬੀ ਕਰਦੇ ਸੀ ਫਿਰ ਪੋਸਟਰ ਲਾ ਕੇ ਚੈਲੰਜ ਕਰਕੇ ਬੇਅਦਬੀ ਕਰਨ ਲੱਗੇ ਤੇ ਹੁਣ ਪਿਛਲੇ ਸਮਿਆਂ 'ਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਪਹੁੰਚੇ ਤੇ ਅੱਜ ਸਿੱਖੀ ਦਾ ਜਿਹੜਾ ਸੈਂਟਰ ਹੈ ਸ੍ਰੀ ਦਰਬਾਰ ਸਾਹਿਬ ਤੱਕ ਉਹਨਾਂ ਦੀ ਪਹੁੰਚ ਹੋ ਗਈ। ਸੋ ਇਹ ਸਾਰੀ ਜਿਹੜੀ ਬੇਅਦਬੀ ਕਰਨ ਵਾਲੀ ਧਿਰ ਹੈ ਇੱਕ ਜਿਹੜੀ ਉਹਨੂੰ ਜਿਹੜੀ ਸਾਰੀ ਹੱਲਾਸ਼ੇਰੀ ਮਿਲ ਰਹੀ ਹੈ ਮੈਂ ਸਮਝਦਾ ਕਿ ਉਹ ਸਰਕਾਰਾਂ ਵੱਲੋਂ ਮਿਲ ਰਹੀ ਹੈ ਕਿਉਂਕਿ ਜੇ ਬੇਅਦਬੀ ਕਰਨ ਵਾਲਿਆਂ ਤੇ ਕਾਰਵਾਈ ਕਰਨੀ ਨਹੀਂ ਫਿਰ ਉਹਨਾਂ ਦੇ ਹੌਸਲੇ ਬੁਲੰਦ ਹੋਣੇ ਹੀ ਹੈ ਜੀ। ਜੱਲੇ ਪਿੰਡ ਤੇ ਤਰਖਾਣ ਮਾਜਰੇ ਦੋ ਪਿੰਡਾਂ 'ਚ ਬੇਅਦਬੀ ਕਰਨ ਵਾਲਾ ਸਹਿਜਵੀਰ ਅੱਜ ਜ਼ਮਾਨਤ ਤੇ ਬਾਹਰ ਤੁਰਿਆ ਫਿਰਦਾ ਤਾਂ ਫਿਰ ਇਸ ਤਰ੍ਹਾਂ ਇਹ ਘਟਨਾਵਾਂ ਉਹਨਾਂ ਦੇ ਹੌਸਲੇ ਜਿਹੜੇ ਨੇ ਬੁਲੰਦ ਹੋ ਰਹੇ ਨੇ। ਜਿਹੜੇ ਸਿੱਖ ਸ਼ਾਂਤਮਈ ਬੇਅਦਬੀ ਦਾ ਇਨਸਾਫ ਲੈਣ ਦੀ ਗੱਲ ਕਰਦੇ ਆ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨਿਆ ਜਾਂਦਾ। ਪਿਛਲੀ ਬਾਦਲ ਕਹਿਣ ਦੀ ਸਰਕਾਰ ਨੇ ਵੀ ਭੁੱਲਿਆ ਸੀਗਾ। ਸੋ ਅੱਜ ਮੈਂ ਜਿਹੜਾ ਬਹੁਤ ਜ਼ਰੂਰੀ ਖਾਸ ਤੌਰ ਤੇ ਸਿੱਖ ਜਵਾਨੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਨੂੰ ਬਹੁਤ ਸੰਭਲਣ ਦੀ ਲੋੜ ਹੈ ਬਹੁਤ ਗੰਭੀਰ ਹੋਣ ਦੀ ਲੋੜ ਹੈ। ਜਾਣ ਬੁੱਝ ਕੇ ਇਹ ਪੂਰੀ ਪਲੈਨਿੰਗ ਪੂਰਾ ਜਾਲ ਵਿਛਾਇਆ ਜਾ ਰਿਹਾ ਹੈ ਜਿੱਥੋਂ ਤੱਕ ਮੈਂ ਸਮਝਦਾ ਕਿ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਸਿੱਖ ਜਵਾਨੀ ਨੂੰ ਨਿਸ਼ਾਨਾ ਬਣਾ ਕੇ ਖੂਨ ਦੀ ਹੋਲੀ ਖੇਡੀ ਗਈ ਤਰਨਤਾਰਨ ਸਾਹਿਬ ਦੇ ਇਲਾਕੇ ਵਿੱਚ ਕਈ ਸਾਲ ਬਰਾਤਾਂ ਨਹੀਂ ਸੀ ਚੜੀਆਂ ਬਿਲਕੁਲ ਉਸ ਕਿਸਮ ਦਾ ਮਾਹੌਲ ਇਹ ਪੰਥ ਦੋਖੀਆਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ ਗੁਰੂ ਮਹਾਰਾਜ ਦੀ ਬੇਅਦਬੀ ਹੋਊਗੀ ਉਹ ਗੱਲ ਕਿਸੇ ਤੋਂ ਬਰਦਾਸ਼ਤ ਨਹੀਂ ਹੋਣੀ। ਇਹ ਲੋਕ ਚਾਹੁੰਦੇ ਆ ਕਿ ਕਿਵੇਂ ਨਾ ਕਿਵੇਂ ਬਹਾਨਾ ਬਣਾਈਏ
ਜਿਹੜਾ ਸਿੱਖ ਜਵਾਨੀ ਨੂੰ ਦੁਬਾਰਾ ਤੋਂ ਨਿਸ਼ਾਨਾ ਬਣਾਇਆ ਜਾ ਸਕੇ। ਇਹਦੇ ਲਈ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ, ਇੱਕ ਬੇਅਦਬੀ ਕਰਾਉਣ ਵਾਲੀ ਧਿਰ ਹੈ, ਦੂਜੀ ਉਹਦੇ ਸਪੋਰਟਰ ਨੇ ਜਿਹੜੇ ਸਰਕਾਰਾਂ 'ਚ ਬੈਠੇ ਆ, ਜਿਹੜੇ ਬਣਦੀ ਕਾਰਵਾਈ ਨਹੀਂ ਕਰਦੇ। ਔਰ ਕਾਰਵਾਈ ਜਿਹੜੀ ਜੱਜ ਸਾਹਿਬ ਨੇ ਕਰਨੀ ਆ ਉਹ ਵੀ ਕਾਨੂੰਨ ਮੁਤਾਬਕ ਕਰਨੀ ਹੈ। ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਦੀ ਲੀਡਰਸ਼ਿਪ ਇੰਨੀ ਮਹਾ ਨਲਾਇਕ ਹੈ, ਇਹਨਾਂ ਨੂੰ ਪੁੱਛੋ ਕਿ ਵਿਧਾਨ ਸਭਾ ਦੇ ਵਿੱਚ ਅਜੇ ਤੱਕ ਵੀ ਤੁਸੀਂ 295A ਦੀ ਸੋਧ ਦਾ ਮਤਾ ਨਹੀਂ ਪਾਇਆ। ਜੇ ਕਾਨੂੰਨੀ ਕਾਰਵਾਈ ਹੋਊਗੀ ਬੇਅਦਬੀ ਕਰਨ ਵਾਲੇ ਤੇ ਉਤੇ ਕੀ ਕਾਰਵਾਈ ਹੁੰਦੀ ਹੈ? ਸਿਰਫ 295A ਧਾਰਾ ਲੱਗਦੀ ਹੈ। ਜੱਜ ਸਾਹਿਬ ਨੇ ਤਾਂ ਕਾਨੂੰਨ ਦੇ ਮੁਤਾਬਕ ਹੀ ਕੋਈ ਸਜ਼ਾ ਦੇਣੀ ਹੈ ਨਾ। 295A ਭਾਵੇਂ ਕੋਈ ਕਿਸੇ ਦਾ ਗਾਤਰਾ ਖਿੱਚ ਲੈਂਦਾ, ਦਾੜੀ ਪੱਟ ਦਿੰਦਾ, ਦਸਤਾਰ ਨੂੰ ਭਾਵੇਂ ਕੋਈ ਹੱਥ ਪਾਉਂਦਾ ਜਾਂ ਕੋਈ ਇਹੋ ਜਿਹੇ ਸ਼ਬਦ ਵਰਤਦਾ ਜਿਹਦੇ ਨਾਲ ਕਿਸੇ ਦੀ ਧਾਰਮਿਕ ਭਾਵਨਾ ਭੜਕਦੀ ਹੈ, ਤਾਂ ਵੀ 295A ਲੱਗਦੀ ਆ। ਤੇ ਜੇ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਤੱਕ ਕਰ ਦੇਵੇ ਤਾਂ ਵੀ 295A, ਜਿਹੜਾ ਕਿ ਸਿਰਫ ਮੈਜਿਸਟ੍ਰੇਟ ਦੇ ਵਿੱਚ ਕੇਸ ਚੱਲਦਾ ਹੈ ਔਰ ਇਹਦੇ ਨਾਲ ਵੱਧ ਤੋਂ ਵੱਧ 3 ਸਾਲ ਦੀ ਜਿਹੜੀ ਸਜ਼ਾ ਉਹ ਹੋ ਸਕਦੀ ਆ, ਜਿਹੜੀ ਕਿ ਮੇਰੇ ਧਿਆਨ ਵਿੱਚ ਨਹੀਂ ਕੋਈ ਅਜੇ ਤੱਕ ਕਿਸੇ ਨੂੰ ਹੋਈ ਹੋਈ ਨਹੀਂ। ਤਾਂ ਮੈਂ ਕਹਿੰਦਾ ਕਿ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਦਾ ਮਤਾ ਇਹਨਾਂ ਨੇ ਕਿਉਂ ਨਹੀਂ ਪਾਇਆ ਅਜੇ ਤੱਕ ਸਾਰੀਆਂ ਪਾਰਟੀਆਂ ਨੇ, ਕਿ ਇਕੱਠੇ ਹੋ ਕੇ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਜਾਂ ਕਿਸੇ ਹੋਰ ਧਰਮ ਗ੍ਰੰਥ ਦੀ, ਭਾਵੇਂ ਪਵਿੱਤਰ ਗੀਤਾ ਹੋਵੇ, ਕੁਰਾਨ ਸ਼ਰੀਫ ਹੋਵੇ, ਪਵਿੱਤਰ ਬਾਈਬਲ ਹੋਵੇ, ਜਿਹੜਾ ਕੋਈ ਬੇਅਦਬੀ ਕਰੂ ਉਹ ਕੇਸ ਹੈ ਜਿਹੜਾ ਘੱਟੋ ਘੱਟ ਸੈਸ਼ਨ ਕੋਰਟ ਤੋਂ ਤਾਂ ਸ਼ੁਰੂ ਹੋਵੇ ਔਰ ਇਹਦੀ ਜਿਹੜੀ ਸਜ਼ਾ ਹੈ ਉਹ 10 ਸਾਲ ਜਿਹੜੀ 10 ਸਾਲ 20 ਸਾਲ ਉਮਰ ਕੈਦ ਤੱਕ, ਭਾਵੇਂ ਫਾਂਸੀ ਦੀ ਹੋਵੇ, ਘੱਟੋ ਘੱਟ ਉਮਰ ਕੈਦ ਤਾਂ ਹੋਵੇ ਨਾ। ਤੇ ਹੁਣ ਤਾਂ ਮਜ਼ਾਕ ਬਣਾ ਰੱਖਿਆ ਲੋਕਾਂ ਨੇ, ਜਿੱਥੇ ਜੀ ਕਰਦੇ ਬੇਅਦਬੀ ਕਰਕੇ ਹੋ ਜਾਂਦੇ ਆ। ਸੋ ਇਸ ਲਈ ਸਿੱਖ ਸੰਗਤਾਂ ਨੇ ਉੱਥੇ ਜਿਹੜਾ ਪਤਾ ਲੱਗਿਆ ਅੱਜ ਦਰਬਾਰ ਸਾਹਿਬ ਦੇ ਵਿੱਚ, ਉਸ ਦੁਸ਼ਟ ਨੂੰ ਸੋਧਾ ਲਾਇਆ, ਕਿਉਂਕਿ ਦਿਮਾਗ ਫਿਰ ਬੇਕਾਬੂ ਹੋ ਜਾਂਦਾ। ਹੁਣ ਸਿੱਖ ਕਰਨ ਕੀ? ਆ ਬੜੇ ਬੰਦੇ ਉੱਠਣਗੇ ਹੁਣ ਜੀ, ਕਾਨੂੰਨ ਹੱਥ 'ਚ ਲੈ ਲਿਆ, ਕਾਨੂੰਨ ਨੇ ਕਰਤਾ। ਮੈਂ ਪੁੱਛਣਾ ਚਾਹੁੰਦਾ ਕਿ ਗੁਰੂ ਜਿਹੜਾ ਹੈ, ਗੁਰੂ ਗ੍ਰੰਥ ਸਾਹਿਬ ਸਿੱਖ ਲਈ ਉਹ ਸਭ ਤੋਂ ਉੱਪਰ ਹੈ। ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਨੂੰ ਤਾਜ਼ਾ ਵੇਖੂਗਾ, ਉਹ ਤਾਂ ਨਹੀਂ ਚੱਲੀ ਗਈ, ਅਸੀਂ ਉਹਦੀ ਪੂਰੀ ਸਪੋਰਟ ਕਰਦੇ ਹਾਂ। ਜਿਨ੍ਹਾਂ ਸਿੱਖ ਸੰਗਤਾਂ ਨੇ ਇਕੱਠੇ ਹੋ ਕੇ ਇਹੋ ਜਿਹੇ ਦੁਸ਼ਟ ਨੂੰ ਸੋਧਾ ਲਾਇਆ, ਔਰ ਇਹਦੇ ਲਈ ਜਿਹੜੀਆਂ ਇਹ ਘਟਨਾਵਾਂ, ਸੋਧਾ ਲਾਉਣ ਦੀ ਜਿਹੜੀ ਘਟਨਾ ਵਾਪਰੀ ਹੈ, ਇਹਦੇ ਲਈ ਵੀ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਉਹਨਾਂ ਨੇ ਬਣਦੀ ਕਾਰਵਾਈ ਜਿਹੜੇ ਦੋਸ਼ੀ ਨੇ ਉਹਨਾਂ ਤੇ ਨਹੀਂ ਕੀਤੀ। ਸੌਦਾ ਸਾਧ ਉਹਦੀ ਪੁੱਛਗਿੱਛ ਦੇ ਲਈ 6 ਸਾਲ 1 ਮਹੀਨੇ ਬਾਅਦ ਜਾਂਦੀ ਹੈ SIT ਜੇਲ੍ਹ ਦੇ ਵਿੱਚ। ਸੋ ਇਹ ਬਹੁਤ ਦੁਖਦਾਇਕ ਨੇ ਗੱਲਾਂ ਸਾਰੀਆਂ। ਸਾਨੂੰ ਸਾਰਿਆਂ ਨੂੰ ਬਹੁਤ ਸੰਭਲਣ ਦੀ ਲੋੜ ਹੈ। ਨੌਜਵਾਨ ਵੀਰੋ, ਆਪਣੇ ਜਜ਼ਬਾਤਾਂ ਨੂੰ ਸੰਭਾਲ ਕੇ ਬੜੀ ਸੁਹਿਰਦਤਾ ਦੇ ਨਾਲ ਇੱਥੇ ਸਮਾਜ ਦੇ ਵਿੱਚ ਆਪਾਂ ਰਹਿਣਾ ਹੈ, ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਾਰੇ ਪਾਸੇ ਬਹੁਤ ਸੁਚੇਤ ਹੋਣ ਦੀ ਲੋੜ ਹੈ। ਭਾਵੇਂ ਕੋਈ ਲੌਕ ਸਿਸਟਮ ਕਰੋ, ਪਹਿਰੇਦਾਰੀ ਕਰੋ ਗੁਰਦੁਆਰਿਆਂ 'ਚ ਪਰਮਾਨੈਂਟ, ਜਾਂ ਫਿਰ ਕੋਈ ਲੌਕ ਸਿਸਟਮ ਕੀਤਾ ਜਾਵੇ, ਕਿਉਂਕਿ ਇਹ ਘਟਨਾਵਾਂ ਜਿਹੜੀਆਂ ਨੇ ਲਗਾਤਾਰ ਵੱਧਦੀਆਂ ਜਾਂਦੀਆਂ ਨੇ, ਜਿਹੜੀਆਂ ਦੁੱਖ ਦੇਣੀਆਂ ਨੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਭੁੱਲਾਂ ਚੁੱਕਾਂ ਲਈ ਮਾਫੀ ਚਾਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਤੁਹਾਡਾ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਜਿੰਦਰ ਸਿੰਘ ਮੇਰਾ ਨਾਮ ਆ। ਜਦੋਂ ਅੰਦਰ ਦੁਸ਼ਟ ਬੰਦੇ ਨੇ ਛਾਲ ਮਾਰ ਕੇ ਅੰਦਰ ਟੱਪਿਆ ਤੇ ਕਿਰਪਾਨ ਚੱਕੀ, ਉਸੇ ਵੇਲੇ ਸਾਡੇ ਜਿਹੜੇ ਸਿੰਘ ਸੀਗੇ ਮੌਕੇ ਦੇ, ਉਹਨਾਂ ਨੇ ਚੱਕ ਕੇ ਫੜ ਕੇ ਉਹਨੂੰ ਬਾਹਰ ਲੈਂਦਾ। ਫਿਰ ਨਾਲ ਹੀ ਮੈਂ ਉੱਠ ਕੇ ਬਾਹਰ ਆਣ ਕੇ ਨਾਲ ਹੀ ਉਹਨੂੰ ਚੁੱਕ ਕੇ ਅਸੀਂ ਕਮਰੇ 'ਚ ਖੜਿਆ। ਕਮਰੇ 'ਚ ਖੜ ਕੇ ਉਹਨੂੰ ਪੁੱਛਗਿੱਛ ਕੀਤੀ ਕਿ ਕਿੱਥੋਂ ਆਇਆ, ਕੀ ਆ, ਕੋਈ ਉਹ 'ਚੋਂ ਕਾਗਜ਼ ਪੱਤਰ ਕੋਈ ਨਹੀਂ ਨਿਕਲਿਆ। ਮੁੜ ਕੇ ਜਦੋਂ ਉਹ ਨਹੀਂ ਬੋਲਿਆ, ਫਿਰ ਉਹਨੂੰ ਕੁੱਟਿਆ ਵੀ ਆ, ਉਹਦੇ ਉਂਗਲਾਂ ਵੀ ਤੋੜੀਆਂ, 2 ਉਂਗਲਾਂ ਮੈਂ ਖੁਦ ਤੋੜੀਆਂ। ਫਿਰ ਉਹਦੇ ਕਿ ਜੇ ਅਸੀਂ ਇਹਨੂੰ ਇਸ ਤਰ੍ਹਾਂ ਛੱਡਦੇ ਸੀ, ਸਿੱਖ ਧਰਮ ਦੀ ਬਦਨਾਮੀ ਸੀ ਸਾਡੇ ਦੀ, ਇਹ ਕਰਕੇ ਉਹਨੂੰ ਉੱਥੇ ਹੀ ਅੰਦਰ ਹੀ ਮਾਰਤਾ ਸੀ ਕੜਿਆਂ ਨਾਲ, ਸਿੰਘਾਂ ਨਾਲ, ਕਿਉਂਕਿ ਸਿੰਘਾਂ 'ਚ ਜੋਸ਼ ਬੜਾ ਸੀ ਉਸ ਵੇਲੇ। ਉਹ ਜੋਸ਼ ਜਿਹੜਾ ਸੀ ਵੱਖਰਾ ਹੀ ਦੇਖਣ ਵਾਲਾ ਸੀਗਾ। ਉਹ ਜਦੋਂ ਅੰਦਰ ਫਿਰ ਕੁੱਟ ਕੇ ਹੀ ਉਹਨੂੰ ਅੰਦਰ ਹੀ ਘੱਗਰ ਖੋਲਤਾ। ਬਾਅਦ 'ਚ ਫਿਰ ਇਹੋ ਹੀ ਸੋਚਿਆ ਕਿ ਇਹਨੂੰ ਹੁਣ ਚੁੱਕ ਕੇ ਇੱਥੇ ਬਾਹਰ ਸੁੱਟਿਆ ਜਾਵੇ। ਫਿਰ ਇੱਥੇ ਦਫ਼ਤਰੇ ਲਿਆਏ ਕਿ ਮੈਨੇਜਰ ਸਾਹਿਬ ਆ ਗਏ, ਪਰ ਉਸ ਤੋਂ ਪਹਿਲਾਂ ਹੀ ਅੰਦਰ ਹੀ ਮਾਰਤਾ ਸੀ ਸਿੰਘਾਂ ਨੇ। ਕਿੱਥੇ ਮਾਰਿਆ ਸੀ ਬਾਬਾ ਜੀ? 50 ਨੰਬਰ ਉੱਥੇ ਕਮਰੇ 'ਚ। ਆ ਵੇਖੋ ਮੇਰੀ ਕੁੜਤੀ ਵੀ ਖੂਨ ਨਾਲ ਲਿਬੜੀ ਆ, ਦੁੱਸ ਦਾ ਗੰਦਾ ਖੂਨ। ਫਿਰ ਅਸੀਂ ਹੁਣ ਇਸ਼ਨਾਨ ਕਰ ਆਵੇ, ਖੂਨ ਨਾਲ ਕੁੜਤੀ ਲਿਬੜੀ ਆ। ਫਿਰ ਉਹਨੂੰ ਚੁੱਕ ਕੇ ਇੱਥੇ ਦਫ਼ਤਰੇ ਲਿਆਂਦਾ। ਅਮੀ ਸਾਹਿਬ ਉਹਨਾਂ ਨੇ ਕਹਿਤਾ ਕਿ ਇਹਦੀ ਡੈੱਡ ਬੋਡੀ ਸੁੱਟ ਦਿਓ, ਇੱਥੇ ਬਾਡੀ ਕੱਖ ਨਹੀਂ ਜੇ। ਇੱਥੇ ਆ ਜਾਣ ਕੇ ਸਿੱਖ ਧਰਮ ਜਿਹੜੀ ਆ ਬਦਨਾਮੀ ਸਾਡੇ ਸਿੱਖ ਧਰਮ ਦੀ ਕਰਨ ਰਹੀ ਆ। ਇਹਨਾਂ ਨੂੰ ਤੇ ਇਹੋ ਹੀ ਆ ਕਿ ਉਹ ਬਾਡੀ ਜਿਹੜੀ ਆ ਪੁਲਿਸ ਵੀ ਉਸੇ ਵੇਲੇ ਨਾਲ ਹੀ ਲੈ ਗਈ। ਧਾਮੀ ਸਾਹਿਬ ਉਹਨਾਂ ਨੇ ਕਹਿਤਾ, ਧਾਮੀ ਸਾਹਿਬ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਕਿ ਜਿਹੜੀ ਡੈੱਡ ਬੋਡੀ ਵੀ ਉਹਦੀ ਬਾਹਰ ਕਰਤੀ, ਪਰ ਅੰਦਰੋਂ ਹੀ ਮਾਰ ਕੇ ਲਿਆਂਦਾ ਵਾ।
ਉਹਦਾ ਫਿਰ ਅਸੀਂ ਕੰਬਲ ਨਾਲ ਵਲੇਟ ਕੇ ਲਿਆਂਦਾ, ਕੰਬਲ ਨਾਲ ਵਲੇਟ ਕੇ ਮੂੰਹ ਸਾਰ ਕੇ ਲੋਕਾਂ ਨੇ ਵੀਡੀਓ ਬਣਾਉਣੀ ਸੀ। ਇਹ ਕਰਕੇ ਨਾਲ ਹੀ ਅਸੀਂ ਜਦੋਂ ਉਹਨੂੰ ਬਾਹਰ ਕੱਢਿਆ ਫਿਰ ਉਹਨੂੰ ਅੱਗੇ ਭੇਜਤਾ ਕਿ ਇਹਨੂੰ ਲੈ ਜਾਓ। ਉੱਥੇ ਅੰਦਰੋਂ ਖੂਨੀ ਕਰਤਾ। ਹੁਣ ਫੋਟੋਆਂ ਵਾਇਰ ਹੋ ਗਈਆਂ ਦੇ ਖੂਨ 'ਚ ਕਿ ਜਿਹੜਾ ਉਹਨੂੰ ਅੰਦਰ ਮਾਰਤਾ ਸੀ ਸਿਰ 'ਚ ਕੜੇ ਮਾਰ ਕੇ। ਆ ਮੇਰੇ ਵੀ ਉੱਥੇ ਜੋ ਕੜੇ ਮਾਰਦੇ ਹਾਂ ਤੇ ਸੱਟ ਲੱਗੀ, ਉਂਗਲਾਂ ਵੀ 2 ਤੋੜੀਆਂ ਉਹਦੀਆਂ। ਪਰ ਹੁਣ ਇਹੋ ਹੀ ਆ ਕਿ ਸਾਰਿਆਂ ਨੂੰ ਬੇਨਤੀ ਆ ਕਿ ਜਿਹੜਾ ਉਹਨੇ ਮਾੜਾ ਕਰਮ ਕੀਤਾ ਸੀ ਗੁਰੂ ਸਾਹਿਬ ਨੇ ਉਹਨੂੰ ਸਜ਼ਾ ਦੇਤੀ, ਉਹਦਾ ਕੰਮ ਖਤਮ ਕਰਤਾ। ਸਿੱਖ ਧਰਮ ਨੂੰ ਕਿ ਗਾਂ ਵੀ ਇਹ ਨਸੀਹਤ ਹੋ ਜੂਗੀ ਕਿ ਜਿੱਥੇ ਵੀ ਇਹੋ ਜਿਹਾ ਕੋਈ ਰੱਬ ਨਾ ਹੀ ਕਰੇ, ਜੇ ਨਹੀਂ ਕਰੋਗੇ ਤੇ ਜਿਹੜਾ ਕੋਈ ਕਰੇ ਉਹਨੂੰ ਉੱਥੇ ਹੀ ਖਤਮ ਕਰ ਦੇ, ਉੱਥੇ ਹੀ ਖਤਮ ਕੀਤਾ ਜਾਵੇ। ਧਾਮੀ ਸਾਹਿਬ ਹੋਣਾ ਨੇ ਕਹਿ ਕੇ ਮੈਨੇਜਰ ਸਾਹਿਬ ਹੋਣਾ ਨੇ ਵੀ ਬਹੁਤ ਵਧੀਆ ਕੰਮ ਕੀਤਾ ਕਰਕੇ ਉਹਨੂੰ ਇੱਥੇ ਹੋਣਾ ਜਿਹੜਾ ਇਹ ਸਾਡੀ ਬਦਨਾਮੀ ਕਾਂਡਾ ਸਿੱਖ ਕੌਮ ਦੀ। ਇਹ ਕਰਕੇ ਬੋਡੀ ਤੇ ਉਹਦੀ ਹੈ ਨਹੀਂ ਇੱਥੇ, ਕਹਿੰਦੇ ਹੁਣ ਬੋਡੀ ਦਿਖਾਓ, ਜਦੋਂ ਇੱਥੇ ਹੈ ਨਹੀਂ। ਤੇ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਜਿਹੜਾ ਬਹੁਤ ਵਧੀਆ ਹੋਇਆ। ਸਿੰਘਾਂ ਨੇ ਜਿੰਨੇ ਹੀ ਨਾ ਸਾਰੇ ਆਪਣੇ ਵਰਗੇ ਹੀ ਆ, ਵੀ ਸਾਰੇ ਸਿੰਘ ਹੀ ਗਏ ਸਾਰਿਆਂ ਨੇ, ਜਿਹਨੂੰ ਉਹਦਾ ਜੋਸ਼ ਹੈਗੇ ਭਾਵੇਂ ਮੁਲਾਜ਼ਮ ਆ, ਆਪਾਂ ਮੁਲਾਜ਼ਮਾਂ ਨੂੰ ਭਿੱਟਦੇ ਰਹੇ। ਪਰ ਜਦੋਂ ਉੱਥੇ ਉਹ ਹਾਲ ਕੀਤੀ ਗਈ ਆ ਨਾ, ਸਾਰੀ ਮੁਲਾਜ਼ਮਾਂ ਨੇ ਹੀ ਕੀਤੀ ਗਈ। ਸਾਰੇ ਜਿੰਨੇ ਹੀ ਮੁਲਾਜ਼ਮ ਉਹਨਾਂ ਨੇ ਇਹੋ ਜਿਹਾ ਕੁੱਟਿਆ ਉਹਨੂੰ, ਗੰਡਾਸੀਆਂ ਦੇ ਨਾਲ ਮਾਰ ਕੇ ਲੱਤਾਂ ਤੇ ਉਹਦੀਆਂ ਹੱਡੀਆਂ ਬਾਹਾਂ ਤੋੜਤੀਆਂ। ਮੈਂ 2 ਉਂਗਲ ਕੱਖ ਨਹੀਂ ਸੀਗਾ, ਕੁਛ ਨਹੀਂ, ਛਾਲ ਮਾਰ ਕੇ ਟੱਪਿਆ ਸੀਗਾ। ਉਸੇ ਲੈ ਕੇ ਉਹਨੂੰ ਫੜ ਲਿਆ, ਫੜ ਕੇ ਲਿਆਣ ਕੇ ਮੁੜ ਕੇ ਉਹਨੂੰ ਮਾਰ ਕੇ ਉੱਥੋਂ ਅੰਦਰੋਂ ਹੀ ਮਾਰਿਆ। ਮੈਂ ਕਹਿੰਦਾ ਪਾਪੀ ਬੰਦਾ ਜਿਹੜਾ ਅੰਦਰ ਹੀ ਮਰ ਗਿਆ, ਉਹਦੇ ਕੋਈ ਚੰਗਾ ਕਰਮ ਹੋਣਾ ਸੀਗਾ। ਪਿਛਲਾ ਜਿਹੜਾ ਉਹ ਦੁਸ਼ਟ ਨੇ ਜਦੋਂ ਖੂਨ ਲੱਗਾ ਉੱਥੇ ਇਹਨੇ ਕੁੱਟ ਕੇ ਮਾਰਿਆ ਉਹਨੂੰ, ਉਹਦਾ ਖੂਨ ਲੱਗਾ। ਮੈਂ ਹੁਣ ਇਸ਼ਨਾਨ ਕਰਕੇ ਸਰੋਵਰ ਚੋਂ ਤੇ ਕੁੜਤੀ ਹੁਣ ਚੇਂਜ ਕਰਕੇ ਤੇ ਫੇਰ ਉਹ ਆਇਆ ਅੰਦਰੋਂ ਹੀ। ਨਹੀਂ ਉਹਨੂੰ ਪੁੱਛ-ਗਿੱਛ ਕੀਤੀ ਅਸੀਂ ਬਥੇਰੀ, ਪਰ ਉਹ ਕੋਹ ਨਹੀਂ ਕਹਿੰਦਾ ਮੈਨੂੰ ਪਤਾ ਨਹੀਂ ਮੈਂ ਕਿੱਥੋਂ ਆਇਆ, ਮੈਨੂੰ ਕਿੰਨੂੰ ਕੋਈ ਨਾਲ ਨਹੀਂ। ਨਾਲ ਕੋਈ ਹੈਗਾ ਸੀ ਨਹੀਂ ਕੱਢਿਆ ਹੋਈ ਸੀ, ਮੋਨਾ ਹੀ ਕੱਲਾ ਹੀਗਾ, ਕੱਲਾ ਹੀਗਾ। ਅੰਦਰ ਗਿਆ ਉਹਨੇ ਰੁਮਾਲ ਬੰਨਿਆ ਹਨਮਾਲ ਜਿਹੜਾ ਉਹਦੇ ਹੱਥ 'ਚ ਕੀ ਸੀ ਬਾਬਾ? ਕੱਖ ਨਹੀਂ ਨਹੀਂ ਰੁਮਾਲ ਹੀਗਾ ਕੋਈ ਬਲਜਿੰਦਰ ਸਿੰਘ ਜੀ ਮੇਰਾ ਨਾਮ, ਬਲਜਿੰਦਰ ਸਿੰਘ। ਤੁਸੀਂ ਇਥੋਂ ਅੰਮ੍ਰਿਤਸਰ ਤੋਂ ਮੈਂ ਕੁੱਟਿਆ ਉਹਨੂੰ, ਮਾਰਿਆ ਉੱਥੇ ਤੇ। ਤੁਹਾਨੂੰ ਪੂਰੀ ਘਟਨਾ ਕੀ ਸੀ ਉਸ ਸਮੇਂ? ਉਹਨੇ ਜਦੋਂ ਟੱਪ ਕੇ ਅੰਦਰ ਆਇਆ ਨਾ, ਉਸੇ ਵੇਲੇ ਜਿਹੜੇ ਅੰਦਰ ਵਾਲੇ ਸਿੰਘ ਸੀ ਉਹਨਾਂ ਤਿੰਨਾਂ ਨੇ ਚੱਕ ਲਿਆ ਉਹਨੂੰ, ਤਿੰਨਾਂ ਫੜ ਕੇ। ਫਿਰ ਜੋ ਮੈਂ ਬਾਹਰ ਆਇਆ, ਬਾਹਰੋਂ ਮੈਂ ਵੀ ਨਾਲ ਚੁੱਕ ਕੇ ਉਹਨੂੰ ਅੰਦਰ ਖੜਿਆ, ਪੁੱਛ-ਗਿੱਛ ਕੀਤੀ ਤੂੰ ਕਿੱਥੋਂ ਆਇਆ ਵਾ, ਕੌਣ ਆ, ਕਿੱਥੋਂ ਆ। ਪਰ ਕਹਿੰਦਾ ਮੈਨੂੰ ਪਤਾ ਨਹੀਂ ਮੈਂ ਕਿੱਥੋਂ ਆਇਆ ਵਾ, ਉਹ ਨਹੀਂ ਦੱਸਦਾ। ਫਿਰ ਉਹਦੀਆਂ ਉਂਗਲਾਂ ਵੀ ਤੋੜੀਆਂ ਸੀ, 2 ਉਂਗਲਾਂ ਮੈਂ ਖੁਦ ਤੋੜੀਆਂ ਉਹਦੀਆਂ। ਫਿਰ ਉਹਨੂੰ ਕੜੇ ਮਾਰ ਕੇ ਅੰਦਰੋਂ ਮੜੇ ਨੂੰ ਲੈ ਗਏ ਸੀ, ਉਹ ਤੇ ਚੇਅਰ ਤੇ ਲੈ ਕੇ ਆਏ ਸੀਗੇ, ਬੇਲ ਚੇਅਰ ਤੇ ਲਿਆਂਦਾ ਅੰਦਰ ਮਾਰ ਕੇ। ਉਹਦਾ ਮੂੰਹ ਸਿਰ ਪੁੱਛ ਲਿਆ ਬੰਨਿਆ ਹੋਇਆ ਸੀਗਾ ਪੂਰਾ, ਕਿ ਕਿਸੇ ਨੂੰ ਦਿਖੇ ਨਾ ਕਿ ਖੂਨ ਲਿਬੜਿਆ ਸੀ। ਅੰਦਰੋਂ ਹੀ ਮਾਰ ਕੇ ਸਿੰਘਾਂ ਨੇ ਜਿੰਨੇ ਹੀ ਮੁਲਾਜ਼ਮ ਸੀ ਸਾਰੇ ਚੜ੍ਹਦੀ ਕਲਾ ਵਾਲੇ ਸੀ, ਕੁੱਟ ਕੇ ਉਹਦੀਆਂ ਲੱਤਾਂ ਦੇ ਮਾਰ ਕੇ ਕੁਹਾੜੀਆਂ ਨਾਲ ਮਾਰਿਆ। ਬੜੇ ਸਿੱਖ ਸੰਗਤਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨੂੰ ਮਾਰਿਆ ਗਿਆ। ਨਹੀਂ ਇੱਥੇ ਡੈੱਡ ਬੋਡੀ ਵੀ ਨਹੀਂ ਗਈ, ਕੁੱਖ ਵੀ ਨਹੀਂ ਗਾ ਇੱਥੇ। ਡੈੱਡ ਬੋਡੀ ਤੇ ਚੁੱਕ ਕੇ ਲੈ ਗਏ ਧਾਮੀ ਸਾਹਿਬ ਹੋਣੀ ਆਏ ਸੀ ਅੰਦਰ, ਉਹਨਾਂ ਕਿਹਾ ਡੈੱਡ ਬੋਡੀ ਸੁੱਟ ਦਿਓ ਬਾਹਰ। ਕਿਸੇ ਨੂੰ ਤੇ ਪੇਸ਼ ਵੀ ਨਹੀਂ ਕੀਤੀ, ਪੁਲਿਸ ਦੇ ਵੀ ਪੇ ਕੀਤੀ, ਉਹਨੂੰ ਕਿਹਾ ਕਿ ਬਾਹਰ ਸੁੱਟ ਦਿਓ। ਮੈਂ ਅੰਦਰ ਸੀਗਾ, ਅਸੀਂ ਹੋਣ ਡਿਆ ਨਿਤਨੇਮ, ਅੰਦਰ ਜਾ ਕੇ ਕੁੱਟਿਆ ਮਾਰਿਆ, ਰੀਝ ਨਾਲ ਕੁੱਟਿਆ, ਉਹਨੂੰ ਪੁੱਛਿਆ ਤੱਕ ਹਰ ਗੱਲ ਪੁੱਛੀ। ਪਰ ਉਹ ਜਦੋਂ ਨਹੀਂ ਦੱਸਣ ਡਿਆ, ਸਿੰਘਾਂ ਦਾ ਜੋਸ਼ ਬੜਾ ਸੀ ਅੰਦਰ ਅਸੀਂ 6-7 ਸਿੰਘ ਸੀ ਜਿੰਨੇ ਸੀ, ਸਾਰਿਆਂ ਸਿੰਘਾਂ ਦਾ ਜੋਸ਼ ਸੀਗਾ ਅੰਦਰ। ਫਿਰ ਕੁੱਟ ਕੇ ਉਹਨੂੰ ਮਾਰਤਾ, ਕੜਾ ਮਾਰਿਆ ਸਿਰ 'ਚ, ਅੰਦਰ ਖੂਨੋ ਖੂਨੀ ਹੋ ਗਿਆ ਸੀ। ਆ ਮੇਰੀ ਕੁੜਤੀ ਵੀ ਜਿਹੜੀ ਆ ਖੂਨ ਨਾਲ ਲਿਬੜੀ ਸੀ, ਆ ਵੇਖੋ ਸਾਰਾ ਖੂਨ ਨਾਲ ਇਹਨੂੰ ਕੁੱਟਿਆ ਚੰਗੀ ਤਰ੍ਹਾਂ ਰੀਝ ਨਾਲ। ਆ ਵੇਖੋ ਇਸ ਤਰੀਕੇ ਦੇ ਨਾਲ ਘਟਨਾ ਨੂੰ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਦਰਬਾਰ ਸਾਹਿਬ ਦੇ ਕੀ ਲੱਗਦਾ ਕਿ ਕਿਸ ਤਰੀਕੇ ਦੀ ਸਾਜ਼ਿਸ਼ ਜਿਹੜੀ ਰਚੀ ਜਾ ਰਹੀ ਹੈ? ਇਹ ਆਰਐਸਐਸ ਦੀ ਚਾਲ ਹੁੰਦੀ ਆ, ਏਜੰਸੀਆਂ ਦੀ ਚਾਲ ਹੁੰਦੀ ਆ ਕਿ ਗੁਰੂ ਘਰ 2 ਦਿਨ ਪਹਿਲਾਂ ਹੀ ਗੁੜਕਾ ਸਾਹਿਬ ਇੱਕ ਸਿੰਘ ਨੇ ਪਾੜ ਕੇ ਸੁੱਟਿਆ ਸੀ ਸਰੋਵਰ ਦੇ ਵਿੱਚ, 2 ਦਿਨ ਪਹਿਲਾਂ ਹੀ। ਉਹ ਤੋਂ ਪਹਿਲਾਂ ਮੁੜ ਕੇ ਉਹ ਆਪ ਹੀ ਫੜਿਆ ਗਿਆ, ਭੱਜਿਆ ਵੀ ਨਹੀਂ। ਇਹਦਾ ਮਤਲਬ ਏਜੰਸੀਆਂ ਚਾਲ 2 ਦਿਨ ਪਹਿਲਾਂ ਸੁੱਟਿਆ ਹੋਵੇ ਤੇ ਅੱਜ ਫਿਰ ਇਹ ਕਾਂਡ ਹੋ ਜਾਣਾ, ਕਿੱਡਾ ਤਗੜਾ। ਏਜੰਸੀ ਤੋਂ ਬਿਨਾਂ ਨਹੀਂ ਕੋਈ ਕੰਮ ਹੋ ਸਕਦਾ। ਏਜੰਸੀਆਂ ਦੀ ਸਾਹ ਆ, ਏਜੰਸੀਆਂ ਹੀ ਕਰਾ ਰਹੀਆਂ। ਬਲਜਿੰਦਰ ਸਿੰਘ ਇਲੈਕਸ਼ਨਾਂ ਦਾ ਜ਼ੋਰਦਾਰ ਕਰਕੇ ਸਿਰਫ ਏਜੰਸੀਆਂ ਦਾ ਕੰਮ ਹੀ ਹੈ ਸਾਰਾ ਜੋ ਪਿੱਟਣ ਦਾ ਆ। ਇਹ ਕਰਕੇ ਹੁਣ ਉਹਦਾ ਕੰਮ ਹੋ ਗਿਆ। ਆ ਸਾਰਾ ਜਿਹੜਾ ਕਰ ਰਿਹਾ ਇਹ ਸਿੱਖ ਧਰਮ ਦੀ ਬਦਨਾਮੀ ਕਰ ਰਿਹਾ ਜੀ। ਹੁਣ ਇਹਦਾ ਡੈੱਡ ਬੋਡੀ ਕਿੱਥੋਂ ਦਿਓਗੇ ਜਦੋਂ ਬੋਡੀ ਚੁੱਕ ਕੇ ਸੁੱਟਤੀ ਆ?
ਬੋਡੀ ਨਹੀਂ ਇੱਥੇ, ਕੱਖ ਨਹੀਂਗਾ। ਉਹ ਜਦੋਂ ਇਹ ਆਇਆ ਕਹਿੰਦੇ ਬੋਡੀ ਦਿਓ, ਬੋਡੀ ਨੂੰ ਇੱਥੇ ਰੱਖ ਕੇ ਕੀ ਕਰਨਾ ਜਦੋਂ ਮਰੇ ਨੂੰ ਲੈ ਕੇ ਆਏ ਅਸੀਂ ਚੱਕ ਕੇ। ਮੈਂ ਖੁਦ ਨਾਲ ਉਹਦਾ ਮੂੰਹ ਬੰਨ ਕੇ ਜਿਹੜਾ ਚੇਅਰ ਤੇ ਲੈ ਕੇ ਉਹਨੂੰ ਅੰਦਰ ਆਏ ਆ। ਹਾਂ ਹਿੰਦੂ ਸੀਗਾ, ਭਈਆ ਸੀਗਾ, ਉਹ ਕਾਲੇ ਜੇ ਪਾਏ ਸੀਗੇ ਪੈਂਟ ਤੇ ਜੀਨ। ਹਾਂਜੀ ਨਾਲ ਨਹੀਂ ਕੋਈ ਵੀ, ਕੱਲਾ ਸੀਗਾ। ਜਦੋਂ ਕੱਲਾ ਹੀ ਉੱਥੇ ਜਿਸ ਵੇਲੇ ਟੱਪੇ ਹੋਏ ਤੇ ਹੁਣ ਕਿ ਇਹਦੇ ਨਾਲ ਲੋਕਾਂ ਨੂੰ ਇਹ ਹੋ ਜਾਊਗਾ ਕਿ ਗਾਂ ਜੇ ਨਾ ਮਾਰਦੇ ਪੁਲਿਸ ਨੂੰ ਦੇ ਦਿੰਦੇ, ਫਿਰ ਸਾਡੀ ਜਿਹੜੀ ਸਿੱਖ ਧਰਮ ਦੀ ਬਹੁਤ ਤਗੜੀ ਬਦਨਾਮੀ ਹੋਣੀ ਸੀ ਕਿ ਇਹਨੂੰ ਪੁਲਿਸ ਨੂੰ ਦੇਤਾ। ਪੁਲਿਸ ਨੇ ਇਹੋ ਕਹਿਣਾ ਸੀਗਾ ਕਿ ਇਹ ਮੈਂਟਲ ਹੀ ਅਪਸੈਟ ਸੀਗਾ, ਅਪਸੈਟ ਦੇ ਵਿੱਚ ਇਹ ਕਰਤਾ ਸੀ, ਇਹਨੂੰ ਜਮਾਤ ਮਿਲ ਕੇ ਘਰ ਆ ਜਾਣਾ ਸੀ। ਤੇ ਇਹੋ ਹੀ ਹੈ ਕਿ ਮਹਾਰਾਜ ਨੇ ਸੇਵਾ ਸਾਡੇ ਕੋਲ ਲੈ ਲਈ, ਜਿਹੜਾ ਇਹ ਕੰਮ ਭਾਪੀ ਨੂੰ ਦੁਸ਼ਟ ਕਰਕੇ ਜਿਹੜਾ ਇਹ ਮਾਰਤਾ। ਸ਼੍ਰੋਮਣੀ ਕਮੇਟੀ ਨੇ ਬਹੁਤ ਵਧੀਆ ਉਸ ਵੇਲੇ ਸੰਯੋਗ ਦਿੱਤਾ ਮੌਕੇ ਤੇ। ਸ਼੍ਰੋਮਣੀ ਕਮੇਟੀ ਦੇ ਸਾਰੇ ਸਿੰਘਾਂ ਜੋ ਸੀ ਉਹ ਵੀ ਤੇ ਆਪਣੇ ਸਿੰਘ ਸੀਗੇ। ਸਾਡੇ ਕੋਲ ਇੱਕ ਉੱਥੇ ਫੌਜੀ ਸਿੰਘ ਸੀਗਾ, ਕੋਈ ਉਸ ਵੇਲੇ ਕੈਮਰੇ ਵਾਲੇ ਕਮਰੇ 'ਚ ਗੰਡਾਸੀਆਂ ਥੋੜਾ ਹੁੰਦੀਆਂ ਵਾ, ਛੋਟੀਆਂ ਕਿਰਪਾਨਾਂ ਵੀ ਕੱਢ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਨਹੀਂ ਸੀ ਮੌਕੇ ਦੇ ਪੰਜਾਬ ਨਾਲ ਸੀਸੀ ਕੈਮਰੇ ਵਾਲੇ 'ਚ ਨਾ ਕਿਰਪਾਨਾਂ ਸੀ ਨਾ ਕੋਈ ਉਹੋ ਜਿਹੇ ਹਥਿਆਰ ਸੀਗਾ। ਇਹ ਕਰਕੇ ਉਹਨੂੰ ਫਿਰ ਕੜਿਆਂ ਦੇ ਨਾਲ ਸੋਤਾ ਲਾ ਕੀਤੀ ਗਈ। ਇੱਕ ਵਿਅਕਤੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀ ਕਹਿਣਾ ਚਾਹੋਗੇ? ਬਹੁਤ ਮਾੜੀ ਘਟਨਾ ਹੋਈ ਆ ਔਰ ਸਿੱਖ ਕੌਮ ਦੇ ਅੰਦਰ ਇੱਕ ਗੁੱਸੇ ਦੀ ਲਹਿਰ ਜਿਹੜੀ ਉਹ ਦੌੜ ਗਈ ਆ ਔਰ ਮਨ ਬੜਾ ਦੁਖੀ ਹੈ ਕਿ ਆਏ ਦਿਨ ਹੀ ਅਜਿਹੀਆਂ ਘਟਨਾਵਾਂ ਜਿਹੜੀਆਂ ਨੇ ਹੋ ਰਹੀਆਂ ਨੇ। ਔਰ ਇਸ ਤੋਂ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਇਹ ਘਟਨਾ ਵਾਪਰੀ ਸੀ ਤੇ ਇਹ ਕਹਿ ਕੇ ਉੱਥੇ ਪੁਲਿਸ ਵਾਲੇ ਕਹਿੰਦੇ ਰਹੇ ਵੀ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਜਿਹੜਾ ਵਿਅਕਤੀ ਆ ਉਹ ਮੈਂਟਲੀ ਅਪਸੈਟ ਆ। ਔਰ ਇਹੋ ਜਿਹੇ ਜਦੋਂ ਕੋਈ ਘਟਨਾ ਹੋ ਜਾਂਦੀ ਉਸ ਤੋਂ ਬਾਅਦ ਪੁਲਿਸ ਨੂੰ ਕੇਸ ਦਿੱਤਾ ਜਾਂਦਾ ਔਰ ਪੁਲਿਸ ਅੱਗੋਂ ਇਹ ਗੱਲ ਕਹਿ ਦਿੰਦੀ ਆ ਵੀ ਇਹ ਜਿਹੜਾ ਹੈ ਇਹ ਆਪਣਾ ਵਿਅਕਤੀ ਸੀ, ਇਹ ਦਿਮਾਗੀ ਤੌਰ 'ਤੇ ਪਰੇਸ਼ਾਨ ਸੀ। ਔਰ ਅੱਜ ਜਿਹੜੀ ਇਹ ਘਟਨਾ ਵਾਪਰੀ ਆ ਔਰ ਜਿਹੜਾ ਉਹ ਵਿਅਕਤੀ ਜੰਗਲਾਂ ਟੱਪ ਕੇ ਅਗਲੇ ਦਾ ਗਿਆ ਹੈ ਔਰ ਉਹ ਜਾ ਕੇ ਕਿਰਪਾਨ ਫੜੀ ਉਹਨੇ। ਔਰ ਜੇ ਸਾਡੇ ਉੱਥੇ SGPC ਦੇ ਜਿਹੜੇ ਹੈਗਾ ਸੀ ਸੁਰੱਖਿਆ ਦਸਤਾ ਸੀ ਉੱਥੇ ਆਪਣੀ ਟਾਸਕ ਫੋਰਸ ਸੀ, ਜੇ ਨਾ ਕਾਇਮ ਹੁੰਦੀ ਤੇ ਉਹ ਹੋ ਸਕਦਾ ਹੈ ਵੀ ਉਹ ਕਿਰਪਾਨ ਲੈ ਕੇ ਸਿੰਘ ਸਾਹਿਬ ਨੂੰ ਜਾਂ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਹੁੰਦੀ ਔਰ ਉਹਨਾਂ ਨੇ ਉਹਨੂੰ ਮੌਕੇ 'ਤੇ ਦਬੋਚਿਆ। ਔਰ ਮੈਂ ਸਮਝਦਾ ਜਿਨ੍ਹਾਂ ਨੇ ਐਡੀ ਮੌਕੇ ਦੇ ਉੱਤੇ ਉਹ ਕਾਰਵਾਈ ਕਰਕੇ ਉਹਨੂੰ ਫੜਿਆ, ਮੈਂ ਉਹਨਾਂ ਦੀ ਸ਼ਲਾਘਾ ਕਰਨੀ ਚਾਹੁੰਦਾ। ਔਰ ਜਿਹੜਾ ਉਸ ਤੋਂ ਬਾਅਦ ਸਿੱਖ ਕੌਮ ਨੇ ਜਦੋਂ ਉਹਨਾਂ ਨੇ ਬਾਹਰ ਸਿੱਟ ਦਿੱਤਾ ਤੇ ਜਿਹੜੀ ਸੰਗਤ ਸੀ ਉਹਨਾਂ ਨੇ ਉਹਨੂੰ ਕੁੱਟ-ਕੁੱਟ ਕੇ ਤੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੈਂ ਸਮਝਦਾ ਕਿ ਹੋਰ ਚਾਰਾ ਵੀ ਕੋਈ ਨਹੀਂਗਾ, ਕਿਉਂਕਿ ਜਦੋਂ ਕੋਈ ਸਰਕਾਰ ਨਿਆਂ ਨਾ ਦੇਵੇ, ਜਦੋਂ ਕੋਰਟਾਂ ਦੇ ਵਿੱਚ ਕੇਸ ਚੱਲਦੇ ਆ ਤੇ ਉੱਥੋਂ ਕੋਈ ਸਿੱਖਾਂ ਨੂੰ ਨਿਆਂ ਨਾ ਮਿਲੇ ਔਰ ਕੋਰਟ ਦੇ ਵਿੱਚ ਕੇਸ ਚੱਲਦਾ ਤਾਂ ਮੈਂ ਸਮਝਦਾ ਜਿਹੜਾ ਉੱਥੇ ਕਤਲੇਆਮ ਹੋਇਆ ਸੀਗਾ ਦਿੱਲੀ ਜਿਹੜਾ 1984 ਦੇ ਵਿੱਚ, ਔਰ ਕਿੰਨੇ ਸਾਲ 37-38 ਸਾਲ ਹੋ ਗਏ ਆ ਉਹਦਾ ਨਿਆਂ ਨਹੀਂ ਮਿਲਿਆ। ਫਿਰ ਕੋਟਕਪੂਰਾ ਤੇ ਵਿੱਚ ਜਿਹੜਾ ਉਹ ਜਵਾਹਰ ਸਿੰਘ ਵਾਲਾ ਬਰਗਾੜੀ ਤੇ ਜਿਹੜਾ ਉਹ ਕਾਂਡ ਹੋਇਆ ਔਰ ਉਹਦੇ ਵਿੱਚ ਵੀ ਅਜੇ ਤੱਕ ਜਿਹੜਾ ਨਵੀਂ ਤੋਂ ਨਵੀਂ ਸਿੱਟ ਬਣਾ ਦਿੰਦੇ ਆ। ਉਹ ਆਂਦੇ ਇਹਦੀ ਰਿਪੋਰਟ ਆ ਗਈ ਆ, ਉਹ ਅਜੇ ਰਿਪੋਰਟ ਲੋਕਾਂ ਜਨਤਕ ਨਹੀਂ ਕੀਤੀ ਜਾਂਦੀ ਤੇ ਫੇਰ ਸਿੱਟ ਬਣਾ ਦਿੰਦੇ ਆ। ਸੋ ਕੋਈ ਵੀ ਆ ਜਿਹੜੀ ਹੁਣ ਤੱਕ ਬਣੀ ਆ, ਕੋਈ ਸਿੱਟ ਬਣੀ ਆ, ਕੋਈ ਕਮਿਸ਼ਨ ਬਣਿਆ, ਸਿੱਖਾਂ ਨੂੰ ਉਹਦੇ ਵਿੱਚ ਕਦੇ ਕੋਈ ਨਿਆਂ ਨਹੀਂ ਗਾ ਜਿਹੜਾ ਮਿਲਿਆ। ਤਾਂ ਮੈਂ ਸਮਝਦਾ ਜਿਹੜੇ ਮੌਕੇ 'ਤੇ ਉਹਨਾਂ ਨੇ ਉਹਨੂੰ ਮੌਤ ਦੇ ਘਾਟ ਉਤਾਰਿਆ ਔਰ ਹੋਰ ਇਹੋ ਜਿਹੀਆਂ ਘਟਨਾਵਾਂ ਕਰਕੇ ਸਿੱਖਾਂ ਨੂੰ ਭੜਕਾ ਰਹੇ ਆ ਔਰ ਉਹਨਾਂ ਦਾ ਜਿਹੜਾ ਗੁੱਸਾ ਉਹ ਤੇਜ਼ਿਤ ਕਰ ਰਿਹਾ। ਔਰ ਅੱਜ ਮੈਂ ਸਮਝਦਾ ਉਹ ਸਿੱਖ ਨੇ ਸਾਡੀ ਰੂਹ ਨੂੰ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਜਾ ਕੇ ਜਿਹੜੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਸਿੱਖ ਕੌਮ ਦੀ ਸ਼ਾਹ ਰਗ ਨੂੰ ਜਿਹੜਾ ਹੱਥ ਪਾਇਆ ਤੇ ਜਿਹੜਾ ਸਿੱਖਾਂ ਨੇ ਉਹਨੂੰ ਮੌਕੇ 'ਤੇ ਮਾਰਤਾ, ਮੈਂ ਉਸ ਗੱਲ ਦੀ ਸ਼ਲਾਘਾ ਕਰਦਾ। ਔਰ ਜਿਹੜਾ ਵੀ ਆਉਣ ਵਾਲੇ ਟਾਈਮ ਵਿੱਚ ਵੀ ਜਿਹੜਾ ਵੀ ਕੋਈ ਇਹੋ ਜਿਹਾ ਬਦਦਿਮਾਗ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੂਗਾ ਔਰ ਮੈਂ ਸਮਝਦਾ ਕਿ ਹੋਰ ਜਦੋਂ ਸਾਰੇ ਹੀਲਿਆਂ ਤੋਂ ਗੱਲ ਲੰਘ ਜਾਂਦੀ ਹੈ ਤੇ ਚੂੰਕਾਰ ਜਮ ਹੀਲ ਤੇ ਦਰਗਜਸ਼ਤ ਹਲਾਲ ਅਸਤ ਬੁਰਦਨ ਬਾਦ ਸ਼ਮਸ਼ੀਰ ਦਸਤ। ਤੇ ਜੇ ਇਹੋ ਜਿਹਾ ਸਿੱਖ ਸਟੈਪ ਚੁੱਕਦੇ ਨੇ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਵਿੱਚ ਸੰਗਤ ਨੇ ਚੱਕਿਆ, ਉਹ ਭੀੜ ਨੇ ਉਹਨੂੰ ਕੁੱਟ-ਕੁੱਟ ਕੇ ਮਾਰਤਾ ਤੇ ਫਿਰ ਕਹਿੰਦੇ ਜੀ ਅੱਤਵਾਦੀ ਨੇ। ਔਰ ਕਿਹੜੇ ਦਾ ਨੂੰ ਜਾਈਏ, ਨਾ ਤਾਂ ਸਾਨੂੰ ਨਿਆਂ ਕੋਈ ਕੋਰਟ 'ਚੋਂ ਮਿਲਦਾ, ਨਾ ਸਾਨੂੰ ਕੋਈ ਸਰਕਾਰ ਨਿਆਂ ਦਿੰਦੀ ਹੈ ਤੇ ਖੀਰ ਤੇ ਚਾਰਾ ਇਹੋ ਹੀ ਆਇਆ ਕਿ ਮੌਕੇ ਦੇ ਉੱਤੇ ਜਿਹੜਾ ਕੋਈ ਇਹੋ ਜਿਹੀ ਮੰਦ ਘਟਨਾ ਨੂੰ ਅੰਜਾਮ ਦਿੰਦਾ ਹੈ ਤੇ ਉਹਨੂੰ ਮੌਕੇ